ਸੂਹੀ ਮਹੱਲਾ ਪੰਜਵਾ। ਸੂਹੀ ਰਾਗਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਭੈ ਮਿਟਣ ਅਤੇ ਸੰਸਾਰ ਸਮੁੰਦਰ ਕਿਹੋ ਜਿਹਾ ਹੈ ਅਤੇ ਇਹਦੇ ਤੋਂ ਕਿਵੇਂ ਤਰਿਆ ਜਾ ਸਕਦਾ, ਇਸ ਸੰਬੰਧ ਵਿੱਚ ਪਾਵਨ ਸ਼ਬਦ ਉਚਾਰਨ ਕਰਦੇ ਹਨ। ਪੈ ਸਾਗਰੋ ਪੈ ਸਾਗਰ ਤਰਿਆ। ਸੋ ਉਸਨੇ ਭੈਦਾਇਕ ਸੰਸਾਰ ਸਮੁੰਦਰ ਨੂੰ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਇਹ ਬੀਪਸਾ ਅਲੰਕਾਰ ਹੈ ਜੋ ਬਾਰ-ਬਾਰ ਇੱਕ ਗੱਲ ਨੂੰ ਰਿਪੀਟ ਕਰਨਾ ਬੀਪਸਾ ਅਲੰਕਾਰ ਦੀ ਰੀਤੀ। ਕ੍ਰੋਧ, ਸ਼ੋਕ, ਆਨੰਦ ਆਦਿ ਦੇ ਅਸਰ ਨਾਲ ਵਾਕ ਰਚਨਾ ਵਿੱਚ ਇੱਕ ਪਦ ਨੂੰ ਅਨੇਕਾਂ ਵਾਰ ਉਸੇ ਅਰਥ ਦੀ ਪੁਸ਼ਟੀ ਲਈ ਵਰਤਣਾ, ਇਹ ਅਲੰਕਾਰ ਪੁਨਰੁਕਤੀ ਦੋਸ਼ ਤੋਂ ਰਹਿਤ ਹੁੰਦਾ ਹੈ। ਹਰ ਹਰ ਨਾਮ ਧਿਆਏ ਰਾਮ। ਰਾਮ ਹੀ ਭਾਈ ਜਿਸ ਨੇ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਉਹਨੇ ਭੈਦਾਇਕ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਇਸੇ ਪ੍ਰਕਾਰ ਪੈ ਸਾਗਰੋ ਪੈ ਸਾਗਰ ਤਰਿਆ। ਪ੍ਰਤੱਖ ਭੈਦਾਇਕ ਸਮੁੰਦਰ ਦੀ ਨਿਆਈ ਭੈਦਾਇਕ ਸੰਸਾਰ ਸਮੁੰਦਰ ਉਹਨੇ ਤਰਿਆ ਹੈ, ਜਾਂ ਭੈਦਾਇਕ ਸੰਸਾਰ ਸਮੁੰਦਰ ਜਿਸ ਵਿੱਚ ਸਾਹ ਸਹਿਤ ਗਰ ਗਰਲਤਾ ਦੇ ਵਿਸ਼ਿਆਂ ਰੂਪ ਜ਼ਹਿਰ ਦਾ ਭੈ ਹੈ, ਉਹਨੂੰ ਤਰ ਲਿਆ ਹੈ। ਹਰ ਹਰ ਨਾਮ ਧਿਆਏ ਰਾਮ। ਜਿਸ ਨੇ ਰਾਮ ਹੈ ਭਾਈ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਬੋਹਿ ਥੜਾ ਹਰ ਚਰਨ ਅਰਾਧੇ। ਜਹਾਜ਼ ਰੂਪ ਪਰਮੇਸ਼ਰ ਦੇ ਚਰਨਾਂ ਵਾਹਿਗੁਰੂ ਨਾਮ ਨੂੰ ਅਰਾਧਿਆ ਹੈ। ਮਿਲ ਸਤ ਗੁਰ ਪਾਰ ਲੰਘਾਏ ਰਾਮ। ਰਾਮ ਹੀ ਭਾਈ ਅਤੇ ਮਲਾ ਰੂਪ ਸਤਿਗੁਰੂ ਸਾਹਿਬ ਜੀ ਮਿਲੇ ਨੇ, ਜਿਨ੍ਹਾਂ ਨੇ ਸਾਡੇ ਤੋਂ ਸ਼ਰਧਾ ਅਤੇ ਪ੍ਰੇਮ ਰੂਪ ਕਰਾਇਆ ਲੈ ਕੇ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ। ਗੁਰ ਸ਼ਬਦੀ ਤਰੀਆਂ ਬਹੁੜ ਨ ਮਰੀਆਂ। ਗੁਰੂ ਸਾਹਿਬ ਜੀ ਦੀ ਉਪਦੇਸ਼ ਦੀ ਕਮਾਈ ਕਰਕੇ ਹੀ ਸੰਸਾਰ ਸਮੁੰਦਰ ਤੋਂ ਤਰਨਾ ਕਰੀਦਾ ਹੈ, ਫਿਰ ਮੌਤ ਦੇ ਮੂੰਹ 'ਚ ਪੈ ਕੇ ਮਰੀਦਾ ਨਹੀਂ ਹੈ। ਝੂਕੈ ਆਵਣ ਜਾਣਾ। ਕਿਉਂਕਿ ਜਨਮ ਧਾਰ ਕੇ ਸੰਸਾਰ ਵਿੱਚ ਆਉਣਾ ਅਤੇ ਮਰ ਕੇ ਪਰਲੋਕ ਵਿੱਚ ਜਾਣਾ, ਇਹ ਚੁੱਕਿਆ ਜਾਂਦਾ, ਭਾਵ ਦੂਰ ਹੋ ਜਾਂਦਾ ਹੈ। ਜੋ ਕਿਛ ਕਰੈ ਸੋਈ ਭਲ ਮਾਨਾ। ਇਸ ਲਈ ਹੀ ਭਾਈ ਉਹ ਪਰਮੇਸ਼ਰ ਜੋ ਕੁਝ ਵੀ ਕਰਦਾ ਹੈ ਉਹੀ ਭਲਾ ਚੰਗਾ ਕਰਕੇ ਮੰਨਣਾ ਕਰੋ। ਤਾਂ ਮਨ ਸਹਿਜ ਸਮਾਣਾ। ਤਦੋਂ ਜਿਹੜਾ ਮਨ ਹਿਰਦਾ ਹੈ ਉਹ ਸ਼ਾਂਤੀ ਵਿੱਚ ਸਮਾ ਜਾਵੇਗਾ, ਜਾਂ ਨਿਰਯਤਨ ਹੀ ਗਿਆਨ ਪ੍ਰਾਪਤ ਕਰਕੇ ਸਮਾ ਜਾਵੇਗਾ। ਦੁਖ ਨਾ ਭੁਖ ਨਾ ਰੋਗ ਨ ਵਿਆਪੈ। ਸੋ ਉਹਨਾਂ ਨੂੰ ਨਾ ਤਾਂ ਦੁੱਖ ਪ੍ਰਤੱਖ ਕਸ਼ਟ ਲੱਗਦੇ ਨੇ, ਨਾ ਭੁੱਖ ਲੱਗਦੀ ਹੈ, ਅਤੇ ਰੋਗ ਵੀ ਨਹੀਂ ਵਿਆਪਦੇ। ਖੰਘ ਜ਼ੁਕਾਮ ਤਾਂ ਲੱਗਾ ਹੀ ਰਹਿੰਦਾ, ਮਾੜਾ ਮੋਟਾ ਬੁਖਾਰ, ਪਰ ਮਨ ਨੂੰ ਤਾਪ ਨਹੀਂ ਚੜ੍ਹਦਾ। ਜਿਹੜਾ ਮਨ ਤਪਦਾ ਰਹਿੰਦਾ ਮਨ ਦੁਖੀ ਨਹੀਂ ਹੁੰਦਾ ਹੈ। ਸੁਖ ਸਾਗਰ ਸਰਣੀ ਪਾਏ। ਜੋ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਆਪਣੇ ਆਪ ਨੂੰ ਪਾਉਂਦੇ ਨੇ, ਪਾਉਣ ਕਰਕੇ ਅਤੇ ਉਹਨਾਂ ਨੂੰ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ। ਕੋਈ ਦੁੱਖ ਕਲੇਸ਼
ਕੋਈ ਵੀ ਭੁੱਖ ਰੋਗ ਆਦਿਕ ਨਹੀਂ ਲੱਗਦੇ। ਇਸੇ ਪ੍ਰਕਾਰ ਦੁਖ ਨ ਭੂਖ ਨ ਰੋਗ ਨ ਵਿਆਪੈ। ਜੰਮਣ ਮਰਨ ਦਾ ਦੁੱਖ ਨਹੀਂ ਲੱਗਦਾ, ਆਸਾ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ, ਅਤੇ ਅਗਿਆਨ ਹਉਮੈ ਆਦਿਕ ਦੇ ਰੋਗ ਵੀ ਨਹੀਂ ਉਹਨਾਂ ਨੂੰ ਲੱਗਦੇ। ਸੁਖ ਸਾਗਰ ਸਰਣੀ ਪਾਏ। ਜੋ ਗੁਰਾਂ ਨੇ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਦੀ ਓਟ ਵਿੱਚ ਪਾਏ ਹਨ। ਕਹਾਰ ਸਿਮਰ ਸਿਮਰ ਨਾਨਕ ਰੰਗ ਰਾਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ, ਹੇ ਭਾਈ, ਜੋ ਸਿਮਰਨੇ ਯੋਗ ਪਰਮੇਸ਼ਰ ਨੂੰ ਯਾਦ ਕਰ ਕਰਕੇ ਨਾਮ ਤੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਗਿਆ ਹੈ। ਮਨ ਕੀ ਚਿੰਤ ਮਿਟਾਏ। ਉਹਦੇ ਮਨ ਦੀ ਸਭ ਚਿੰਤਾ ਗੁਰੂ ਜੀ ਨੇ ਮੇਟ ਦਿੱਤੀ, ਦੂਰ ਕਰ ਦਿੱਤੀ ਹੈ। ਸੰਤ ਜਨਾ ਹਰ ਮੰਤਰ ਦ੍ਰਿੜਾਇਆ। ਸ਼ਾਂਤ ਚਿਤ ਮਹਾਤਮਾ ਜਨ ਜਾਂ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਵਸ ਕਰਨ ਲਈ ਨਾਮ ਦਾ ਮੰਤਰ ਉਪਦੇਸ਼ ਦ੍ਰਿੜ ਪ੍ਰਪੱਕ ਕਰਵਾਇਆ ਹੈ। ਹਰ ਸਾਜਨ ਵਸਗਤ ਕੀਨੇ ਰਾਮ। ਜਿਸ ਕਰਕੇ ਰਾਮ ਹੈ ਭਾਈ, ਜੋ ਸੱਜਣ ਮਿੱਤਰ ਰੂਪ ਪਰਮੇਸ਼ਰ ਅਸੀਂ ਅਧੀਨ ਕਰ ਲਿਆ ਹੈ, ਜਾਂ ਆਪਣੇ ਮਨ ਨੂੰ ਅਧੀਨ ਕਰ ਲਿਆ, ਔਰ ਉਸ ਸੱਜਣ ਨੂੰ ਹਰੀ ਦੀ ਪ੍ਰਾਪਤੀ ਕਰ ਲਈ ਹੈ। ਆਪਣੜਾ ਮਨ ਅੱਗੇ ਧਰਿਆ। ਅਸੀਂ ਆਪਣਾ ਮਨ ਪਰਮੇਸ਼ਰ ਦੀ ਅੱਗੇ ਰੱਖ ਦਿੱਤਾ ਹੈ, ਭਾਵ ਆਪਣੇ ਮਨ ਦੀ ਮਤ ਛੱਡ ਦਿੱਤੀ ਹੈ। ਸਰਬ ਸੁਠਾ ਕਰ ਦੀਨੇ ਰਾਮ। ਅਤੇ ਇੰਦਰੀ ਪ੍ਰਾਣ ਤਨ ਤੇ ਧਨ ਆਦਿਕ ਸਭ ਕੁਝ ਪਰਮੇਸ਼ਰ ਨੂੰ ਦੇਣਾ ਕੀਤਾ ਹੈ। ਇਸੇ ਪ੍ਰਕਾਰ ਆਪਣੜਾ ਮਨ ਅੱਗੇ ਧਰਿਆ। ਜਿਸ ਨੇ ਆਪਣਾ ਮਨ ਪਰਮੇਸ਼ਰ ਅੱਗੇ ਅਰਪਣ ਕਰ ਦਿੱਤਾ, ਧਰ ਦਿੱਤਾ ਹੈ। ਸਰਬ ਸੁਠਾ ਕੁਰ ਦੀਨੇ ਰਾਮ। ਉਸ ਨੂੰ ਪਰਮੇਸ਼ਰ ਨੇ ਆਪਣਾ ਸਰਬੰਸ ਸਾਹ ਭਾਵ ਸਭ ਕੁਛ ਗਿਆਨ ਭਗਤੀ ਪ੍ਰੇਮ ਆਦਿਕ ਦੇ ਦਿੱਤਾ, ਜਾਂ ਸਾਰੇ ਸੁੱਖ ਦੇ ਦਿੱਤੇ ਹਨ। ਕਰ ਆਪਣੀ ਦਾਸੀ ਮਿਟੀ ਉਦਾਸੀ। ਸਾਡੀ ਚਿੱਤ ਦੀ ਬਿਰਤੀ ਨੂੰ ਪਰਮੇਸ਼ਰ ਨੇ ਆਪਣੀ ਦਾਸੀ ਕਰ ਲਿਆ ਹਿਰਦੇ ਕਰਕੇ। ਸੋ ਅਸੀਂ ਮਹਾਰਾਜ ਜੀ ਦੇ ਦਾਸ ਬਣ ਗਏ ਹਾਂ। ਟਹਿਲ ਮਹਿਲ ਤਾਕੋ ਮਿਲੇ, ਜਾਕੋ ਸਾਧ ਕਿਰਪਾਲ। ਜਿਹਦੇ ਤੇ ਸਾਧ ਗੁਰੂ ਨਾਨਕ ਸਾਹਿਬ ਜੀ ਕਿਰਪਾਲੂ ਹੁੰਦੇ ਨੇ, ਉਹਨਾਂ ਨੂੰ ਹੀ ਵਾਹਿਗੁਰੂ ਗੁਰੂ ਘਰ ਦੀ ਸੰਗਤਾਂ ਦੀ ਟਹਿਲ ਪ੍ਰਾਪਤ ਹੋ ਕੇ ਤੇ ਮਹਿਲ ਸਰੂਪ ਰੂਪੀ ਮਹੱਲ ਦੀ ਜਾਂ ਸੰਗਤ ਰੂ ਮਹਿਲ ਦੀ ਪ੍ਰਾਪਤੀ ਹੁੰਦੀ ਹੈ। ਸੋ ਵਿਛੋੜੇ ਕਰਕੇ ਜੋ ਉਦਾਸੀਨਤਾ ਨਿਰਾਸ਼ਤਾ ਹੋਈ ਸੀ, ਉਹ ਨਿਵਰਤ ਹੋ ਗਈ ਹੈ। ਹਰ ਮੰਦਰ ਥਿਤ ਪਾਈ। ਹੁਣ ਹਰੀ ਪਰਮੇਸ਼ਰ ਦੇ ਸਰੂਪ ਰੂਪੀ ਮੰਦਰ ਵਿੱਚ ਅਸਥਿਤੀ ਪਾਈ ਹੈ। ਜਾਂ ਪਾਸ਼ਾ ਫਰਮਾਉਂਦੇ ਨੇ, ਹਰ ਮੰਦਰ ਥਿਤ ਪਾਈ। ਸਾਧ ਸੰਗਤ ਰੂਪੀ ਮੰਦਰ, ਸਰੀਰ ਰੂਪੀ ਮੰਦਰ ਵਿੱਚ ਸਥਿਤੀ ਪਾਈ ਹੈ। ਜਾਂ ਹਰੀ ਨੇ ਸਾਡੇ ਹਿਰਦੇ ਰੂਪ ਮੰਦਰ ਵਿੱਚ ਅਸਥਿਤੀ ਪਾਈ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਿਹੜਾ ਸਰੀਰ ਹੈ, ਇਹ ਸੱਚੇ ਨੇ ਆਪ ਦੇ ਰਹਿਣ ਵਾਸਤੇ ਕੋਠੜੀ ਬਣਾਈ ਹੈ। ਇਸ ਵਿੱਚ ਹਰੀ ਸੱਚੇ ਅਕਾਲ ਪੁਰਖ ਦਾ ਨਿਵਾਸ ਹੈ। ਹਰ ਮੰਦਰ ਇਹੋ ਸਰੀਰ ਹੈ। ਇਹ ਸਰੀਰ ਹੀ ਹਰ ਮੰਦਰ ਹੈ ਜੋ ਮਹਾਰਾਜ ਆਪਣੇ ਰਹਿਣ ਵਾਸਤੇ ਬਣਾਇਆ। ਪਰ ਅਸੀਂ ਮੂਰਖਾਂ ਨੇ ਸ਼ਰਾਬਾਂ ਪੀ ਕੇ, ਬੀੜੀਆਂ ਸਿਗਰਟਾਂ ਨਸ਼ੇ ਪੱਤੇ ਵਰਤ ਕੇ ਇਹਨੂੰ ਗੰਦਾ ਕਰ ਸੁੱਟਿਆ, ਜਿਸ ਕਿ ਮਹਾਰਾਜ ਖਫੇ ਹੋ ਕੇ ਕੁੱਤਿਆਂ ਬਿੱਲਿਆਂ ਦੀਆਂ ਜੂਨਾਂ ਸੁੱਟ ਦਿੰਦਾ ਵੀ ਜਾਓ। ਸੋ ਇਹ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੋਈ ਹੈ।
ਹਣ ਦੇ ਵਿਨੋਦ ਸਿਮਰੋ ਪ੍ਰਭ ਸਾਚਾ। ਇਹ ਭਾਈ ਇਹ ਸਰੀਰ ਨੂੰ ਪਾ ਕੇ ਜੋ ਆਨੰਦਦਾਇਕ ਚੋਜਾਂ ਨੂੰ ਕਰਨੇ ਵਾਲਾ ਸੱਚਾ ਪ੍ਰਭੂ ਪਰਮੇਸ਼ਰ ਹੈ, ਉਹਨੂੰ ਸਿਮਰਨਾ ਕਰੋ। ਵਿਛੜ ਕਬਹੂ ਨਾ ਜਾਈ, ਉਹ ਕਦੇ ਵੀ ਜੁਦਾ ਹੋ ਕੇ ਕਿਤੇ ਨਹੀਂ ਜਾਂਦਾ। ਸਾਵਡ ਪਾਗਣ ਸਦਾ ਸੁਹਾਗਣ, ਉਹੀ ਜੀਵ ਰੂਪ ਇਸਤਰੀ ਵੱਡੇ ਭਾਗਾਂ ਵਾਲੀ ਹੈ ਅਤੇ ਸਦਾ ਹੀ ਸੁਹਾਗਵੰਤੀ ਆਨੰਦ ਦੇ ਸਮੇਤ ਹੈ। ਰਾਮ ਨਾਮ ਗੁਣ ਚੀਨੇ, ਜਿਸ ਨੇ ਰਾਮ ਪਰਮੇਸ਼ਰ ਦਾ ਨਾਮ ਜਪਿਆ ਔਰ ਉਸਦੇ ਗੁਣ ਪਹਿਚਾਣੇ ਹਨ। ਕਹੋ ਨਾਨਕ ਰਵੈ ਰੰਗ ਰਾਤੇ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਪਰਮੇਸ਼ਰ ਨੂੰ ਉਚਾਰਦੇ ਹਨ। ਪ੍ਰੇਮ ਮਹਾਰਸ ਪੀਨੇ, ਉਹ ਵੱਡੇ ਆਨੰਦ ਪਾ ਬ੍ਰਹਮਾਨੰਦ ਦੇ ਪ੍ਰੇਮ ਰਸ ਵਿੱਚ ਭਿੱਜੇ ਰਹਿੰਦੇ ਨੇ। ਆਨੰਦ ਬਿਨੋਦ ਭਈ ਨਿਤ ਸਖੀਏ, ਇਸੇ ਲਈ ਪਰਮੇਸ਼ਰ ਦੀ ਆਨੰਦਦਾਇਕ ਚੋਜ ਨਿਤਾ ਪ੍ਰਤੀ ਪ੍ਰਾਪਤ ਹੋਏ ਹਨ। ਇਸੇ ਪ੍ਰਕਾਰ ਆਨੰਦ ਬਿਨੋਦ ਪਏ ਨਿਤ ਸਖੀਏ, ਸਰਵਣਾਨੰਦ ਦਰਸ਼ਨਾਨੰਦ ਦੇ ਕੌਤਕ ਪ੍ਰਾਪਤ ਹੋਏ ਹਨ। ਇਹ ਮਹਾਤਮਾ ਰੂਪ ਸਹੇਲਿਓ, ਮੰਗਲ ਸਦਾ ਹਮਾਰਾ ਰਾਮ, ਇਹ ਰਾਮ ਸਾਡੇ ਹਿਰਦੇ ਵਿੱਚ ਵੀ ਹਮੇਸ਼ਾ ਖੁਸ਼ੀਆਂ ਵਜਾਈਆਂ ਹਨ। ਆਪਨੜੇ ਪ੍ਰਭ ਆਪ ਸਿਗਾਰੀ, ਜੋ ਆਪਣੇ ਪਰਮੇਸ਼ਰ ਨੇ ਸ਼ੁਭ ਗੁਣਾਂ ਦੇ ਸਹਿਤ ਆਪ ਹੀ ਸ਼ਿੰਗਾਰਨਾ ਭਾਵ ਸਜਾਉਣਾ ਕੀਤੀ ਹੈ। ਸੋਭਾਵੰਤੀ ਨਾਰੇ ਰਾਮ, ਰਾਮ ਹੀ ਭਾਈ ਉਹ ਮਹਾਤਮਾ ਰੂਪ ਇਸਤਰੀ ਸ਼ੋਭਾ ਵਾਲੀ ਹੈ। ਸਹਿਜ ਸੁਭਾਏ ਭਈ ਕਿਰਪਾਲਾ, ਜਦੋਂ ਸੁਤੇ ਸਿੱਧ ਸੁਭਾਵ ਕੀ ਕਿਰਪਾਲੂ ਹੋਏ। ਗੁਣ ਅਵਗਣ ਨਾ ਵਿਚਾਰਿਆ, ਤਦੋਂ ਆਪਣੇ ਸੇਵਕਾਂ ਦਾ ਗੁਣ ਅਤੇ ਗੁਣਾ ਆਦਿਕ ਕੋਈ ਵੀ ਵਾਹਿਗੁਰੂ ਨੇ ਨਹੀਂ ਵਿਚਾਰਿਆ। ਕੰਠ ਲਗਾਏ ਲੀਨੇ ਜਨ ਆਪਣੇ, ਕੰਠ ਲਗਾਏ ਲੀਏ ਜਨ ਆਪਣੇ। ਸੋ ਜਿਨ੍ਹਾਂ ਸੇਵਕਾਂ ਨੂੰ ਮਹਾਰਾਜ ਪਰਮੇਸ਼ਰ ਨੇ ਆਪ ਦੀ ਭੇਦ ਨਿਸ਼ਚੈ ਰੂਪੀ ਕੰਠ ਨਾਲ ਲਗਾ ਲਿਆ ਹੈ। ਰਾਮ ਨਾਮ ਉਰ ਤਾਰਿਆ, ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਿਆ ਹੈ, ਵਸਾਉਣਾ ਕੀਤਾ ਹੈ। ਜਾਂ ਜਿਨ੍ਹਾਂ ਸੇਵਕਾਂ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਆਪਣੇ ਔਰ ਹਿਰਦੇ ਵਿੱਚ ਧਾਰਿਆ ਹੈ, ਵਸਾਇਆ ਹੈ, ਉਹ ਸੇਵਕ ਜਨ ਪਰਮੇਸ਼ਰ ਨੇ ਆਪ ਦੇ ਅਭੇਦ ਨਿਸ਼ਚੈ ਰੂਪ ਕੰਠ ਨਾਲ ਲਗਾ ਲਏ ਹਨ। ਮਾਨ ਮੋਹ ਮਦ ਸਗਲ ਵਿਆਪੀ, ਹੋਰ ਸਾਰੀ ਸ੍ਰਿਸ਼ਟੀ ਮਾਨ ਹੰਕਾਰ ਮੋਹ ਆਦਿਕ ਦੇ ਨਸ਼ੇ ਵਿੱਚ ਲੱਗੀ ਹੋਈ ਹੈ। ਕਰ ਕਿਰਪਾ ਆਪਨ ਵਾਰੇ, ਸੋ ਮੇਰੇ ਅੰਦਰੋਂ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਇਹ ਵਿਕਾਰ ਨਿਵਰਤ ਕੀਤੇ ਹਨ। ਕਹੋ ਨਾਨਕ ਪੈ ਸਾਗਰ ਤਰਿਆ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਅਸੀਂ ਭੈਦਾਇਕ ਸੰਸਾਰ ਸਮੁੰਦਰ ਨੂੰ ਤਰਿਆ ਹੈ। ਪੂਰਨ ਕਾਜ ਹਮਾਰੇ, ਸਾਡੇ ਵਿਵੇਕ ਮੁਕਤੀ ਆਦਿਕ ਦੇ ਸਾਰੇ ਕੰਮ ਪੂਰੇ ਹੋ ਗਏ ਹਨ। ਦੁਨੀਆ ਦੇ ਦੁਨਿਆਵੀ ਕੰਮ ਹੀ ਸੰਪੂਰਨ ਹੋ ਗਏ। ਜਨ ਕੇ ਪੂਰਨ ਹੋਏ ਕਾਮ, ਤੇ ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰੱਖੀ ਰਾਮ। ਇਹ ਕਲਯੁਗ ਦੇ ਭਿਆਨਕ ਸੋ ਜ਼ਹਿਰੀਲੇ ਭਰੇ ਸਮੇਂ ਵਿੱਚ ਰਾਮ ਨੇ ਸਾਡੀ ਲੱਜਾ ਰੱਖੀ ਹੈ। ਗੁਣ ਗੋਪਾਲ ਗਾਵੋ ਨਿਤ ਸਖੀ ਹੋ, ਇਹ ਸਹੇਲਿਓ
ਪਰਮੇਸ਼ਰ ਦੇ ਗੁਣਾਂ ਨੂੰ ਨਿਤ ਪ੍ਰਤੀ ਗਾਵੋ। ਸਗਲ ਮਨੋਰਥ ਪਾਏ RAM। ਰਾਮ ਹੀ ਪਾਈ ਫਿਰ ਸਾਰੀ ਮਨਸ਼ਤ ਸੰਕਲਪ ਪਾ ਲਵੋਗੇ। ਸਫਲ ਜਨਮ ਹੋਆ ਮਿਲ ਸਾਧੂ। ਸੋ ਸਾਧੂ ਸਾਧ ਸ੍ਰੇਸ਼ਟ ਗੁਰਮੁਖ ਜਨਾਂ ਦੀ ਸੰਗਤ ਵਿੱਚ ਜਦੋਂ ਦੇ ਮਿਲੇ ਆ, ਸਾਡਾ ਇਹ ਮਨੁੱਖਾ ਜਨਮ ਸਹਿਤ ਗਿਆਨ ਰੂਪੀ ਫਲ ਦੇ ਪ੍ਰਮਾਣਿਕ ਹੋਇਆ ਹੈ। ਏਕ ਓੰਕਾਰ ਧਿਆਏ RAM। ਰਾਮ ਹੈ ਭਾਈ, ਇੱਕ ਪਰਮੇਸ਼ਰ ਨੂੰ ਧਿਆਉਣਾ ਅਰਾਧਨਾ ਕੀਤਾ ਹੈ। ਗੁਰਮੁਖ ਜਨਾਂ ਦੀ ਸੰਗਤ 'ਚ ਮਿਲੇ ਆ, ਜਿਸ ਕਰਕੇ ਸਾਡਾ ਮਨੁੱਖਾ ਜਨਮ ਸਹਿਤ ਗਿਆਨ ਰੂਪੀ ਫਲ ਦੇ ਹੋਇਆ ਹੈ। ਜਾਪਾ ਏਕ ਪ੍ਰਭੂ ਅਨੇਕ ਰਵਿਆ। ਅਦਵੈਸੁਰ ਪਰਮੇਸ਼ਰ ਨੂੰ ਜਪਣਾ ਕਰ ਹੈ ਗੁਰਮੁਖ, ਜੋ ਬੇਅੰਤ ਜੀਵਾਂ ਦੇ ਵਿੱਚ ਵਿਆਪਕ ਹੈ। ਸਰਬ ਮੰਡਲ ਛਾਇਆ। ਅਤੇ ਸਾਰੇ ਮੰਡਲਾਂ ਦੇ ਵਿੱਚ ਫੈਲਿਆ ਭਾਵ ਪੂਰਨ ਹੋ ਰਿਹਾ ਹੈ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ। ਇਹ ਸਭ ਸੰਸਾਰ ਪਰਮੇਸ਼ਰ ਦਾ ਹੀ ਫੈਲਾ ਹੈ ਅਤੇ ਇਸ ਵਿੱਚ ਬ੍ਰਹਮ ਪਰਮੇਸ਼ਰ ਆਪ ਹੀ ਫੈਲਿਆ ਹੋਇਆ ਹੈ। ਸਭ ਬ੍ਰਹਮ ਦ੍ਰਿਸ਼ਟੀ ਆਇਆ। ਗੁਰਮੁਖ ਜਨਾਂ ਨੂੰ ਸਾਰੇ ਪਰਮੇਸ਼ਰ ਹੀ ਦ੍ਰਿਸ਼ਟੀ ਨਜ਼ਰ ਵਿੱਚ ਆਇਆ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਆਤਮ ਬਸਾਰਾ ਕਰਨ ਹਰ, ਪ੍ਰਭ ਬਿਨਾ ਨਹੀਂ ਜਾਣੀਐ। ਇਸੇ ਪ੍ਰਕਾਰ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ। ਤਤ ਤੁੰਗ ਦੇ ਲਾਖਰ ਰੂ ਪਰਮੇਸ਼ਰ ਦਾ ਸਾਰਾ ਪਸਾਰਾ ਹੈ। ਉਹ ਆਪ ਹੀ ਮਾਇਆ ਸਬਲ ਹੋ ਕੇ ਸਾਰੇ ਆਪ ਹੀ ਫੈਲਿਆ ਹੋਇਆ ਹੈ। ਸਭ ਬ੍ਰਹਮ ਦ੍ਰਿਸ਼ਟੀ ਆਇਆ। ਅਤੇ ਬ੍ਰਹਮ ਬੇਤੀ ਦੀ ਦ੍ਰਿਸ਼ਟੀ ਵਿੱਚ ਸਾਰੇ ਬ੍ਰਹਮ ਹੀ ਵਿਆਪਕ ਨਜ਼ਰੀ ਆਇਆ, ਦੇਸ ਆਇਆ ਹੈ। ਜਲ ਥਲ ਮਹੀਅਲ ਪੂਰ ਪੂਰਨ। ਪਾਣੀ ਵਾਲੀਆਂ ਜਗ੍ਹਾ, ਥਲ ਖੁਸ਼ਕ ਜਗ੍ਹਾ, ਮਹੀ ਇਹਨਾਂ ਦੇ ਵਿੱਚ ਮਹੀਅਲ ਜਾਂ ਮਹੀ ਪ੍ਰਿਥਵੀ ਅਲ ਆਕਾਸ਼ ਆਦਿਕ ਸਭ ਤਾਈਂ ਪੂਰਨ ਪਰਮੇਸ਼ਰ ਰਮਿਆ ਹੋਇਆ ਪੂਰਿਆ ਹੋਇਆ ਹੈ। ਤੈਸ ਬਿਨਾ ਨਹੀਂ ਜਾਏ। ਇਸ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਵੀ ਜਗ੍ਹਾ ਨਹੀਂ ਹੈ। ਵੇਖ ਦਰਸ਼ਨ ਨਾਨਕ ਬਿਗਸੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਉਸ ਪਰਮੇਸ਼ਰ ਦੇ ਦਰਸ਼ਨ ਦੀਦਾਰ ਵੇਖ ਕੇ ਅਸੀਂ ਆਨੰਦ ਪ੍ਰਸੰਨ ਹੋਏ ਹਾਂ। ਆਪ ਲਈ ਮਿਲਾਏ। ਪਰਮੇਸ਼ਰ ਨੇ ਆਪ ਹੀ ਆਪਣੇ ਸਰੂਪ ਦੇ ਨਾਲ ਮਿਲਾ ਲਏ ਹਨ ਗੁਰਮੁਖ। ਸੂਹੀ ਮਹੱਲਾ ਪੰਜਵਾ। ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੱਚਖੰਡ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਨੰਦੇੜ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਉਸ ਸਮੇਂ ਇਸੇ ਸ਼ਬਦ ਦਾ ਮੁੱਖ ਵਾਕ ਆਇਆ ਸੀ ਅਤੇ ਸ਼ਬਦ ਵਿੱਚ ਅਬਚਲ ਨਗਰ ਪਦ ਹੋਣ ਤੋਂ ਹੀ ਸੱਚਖੰਡ ਹਜੂਰ ਸਾਹਿਬ ਦਾ ਨਾਮ ਅਬਚਲ ਰੱਖਿਆ ਗਿਆ। ਸੋ ਜਦ ਵੀ ਹਜੂਰ ਸਾਹਿਬ ਦਾ ਨਾਮ ਲਈਦਾ ਤਾਂ ਉਸ ਵਕਤ ਅਬਚਲ ਨਗਰ ਪਹਿਲਾਂ ਕਹੀਦਾ, ਸੱਚਖੰਡ ਬਾਅਦ ਵਿੱਚ ਅਬਚਲ ਨਗਰ, ਸੱਚਖੰਡ ਸ੍ਰੀ ਹਜੂਰ ਸਾਹਿਬ, ਫਿਰ ਨਾਂਦੇੜ ਸ਼ਹਿਰ ਦਾ ਨਾਮ ਅਤੇ ਮਹਾਰਾਸ਼ਟਰ ਸਟੇਟ, ਇਉਂ ਸੰਪੂਰਨ ਨਾਮ ਹੋਇਆ ਅਬਚਲ ਨਗਰ, ਸੱਚਖੰਡ ਸ੍ਰੀ ਹਜੂਰ ਸਾਹਿਬ, ਨਾਂਦੇੜ, ਮਹਾਰਾਸ਼ਟਰ। ਇਹ ਪਾਵਨ ਸ਼ਬਦ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸ਼ਹਿਰ ਬਾਰੇ, ਅੰਮ੍ਰਿਤ ਸਰੋਵਰ ਬਾਰੇ ਅਤੇ ਸਤਸੰਗਤ ਦੀ ਮਹਿਮਾ ਕਥਨ ਕਰਦੇ ਇੰਜ ਬਖਸ਼ਿਸ਼ ਕਰ ਰਹੇ ਹਨ। ਅਬਚਲ ਨਗਰ ਗੋਬਿੰਦ ਗੁਰੂ ਕਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਵੇਖੋ ਗੁਰੂ ਗੋਬਿੰਦ ਸਿੰਘ ਦਾ ਹੀ ਨਾਮ ਆਇਆ ਹੈ। ਤੇ ਅਬਚਲ ਨਗਰ ਹਜ਼ੂਰ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਨੇ ਵਸਾਇਆ। ਤੇ ਗੁਰੂ ਗੋਬਿੰਦ ਸਿੰਘ ਨੇ ਹੀ ਦਰਬਾਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਰਚਿਆ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜੋਤ ਜਿਹੜੀ ਦਸਾਂ ਪਾਤਸ਼ਾਹੀਆਂ ਵਾਲੀ ਉਹ ਗੁਰੂ ਗ੍ਰੰਥ ਸਾਹਿਬ 'ਚ ਰੱਖ ਕੇ ਗੁਰਤਾਗਦੀ ਦੇ ਕੇ ਮੱਥਾ ਟੇਕਿਆ। ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਇਸੇ ਲਈ ਸੰਪੂਰਨ ਨੇ। ਆਪਾਂ ਕਹਿੰਦੇ ਬੋਲਦੇ ਨਹੀਂ, ਬੋਲਦੇ ਕਿਉਂ ਨਹੀਂ? ਆ ਬੋਲ ਕੇ ਤਾਂ ਦੱਸ ਰਹੇ ਨੇ ਹੁਕਮਨਾਮਾ ਕਿ ਗੁਰੂ ਗੋਬਿੰਦ ਸਿੰਘ ਦਾ ਇਹ ਅਬਚਲ ਨਗਰ ਹੈ ਸਾਧ ਸੰਗਤ ਜੀਓ, ਜਿਹੜਾ ਹਜ਼ੂਰ ਸਾਹਿਬ ਹੈ। ਨਾਮ ਜਪਤ ਸੁਖ ਪਾਇਆ ਰਾਮ। ਇਹਦੇ ਹਜ਼ੂਰ ਸਾਹਿਬ ਦੇ ਵਿੱਚ ਤੁਸੀਂ ਨਾਮ ਜਪੋਗੇ ਤਾਂ ਨਾਮ ਜਪ ਕੇ ਰਾਮ ਹੈ ਭਾਈ ਆਤਮਿਕ ਸੁੱਖ ਨੂੰ ਪਾ ਲਵੋਗੇ। ਵੈਸੇ ਗੁਰਦੁਆਰਿਆਂ ਦੀ ਯਾਤਰਾ ਕਰਨ ਦਾ ਇਹ ਲਾਭ ਹੈ, ਜਿਸ ਵੀ ਗੁਰਦੁਆਰੇ ਜਾਵੋ, ਭਾਵੇਂ ਐਸੇ ਗੁਰਦੁਆਰੇ ਹੀ ਆਓ, ਘੱਟੋ ਘੱਟ 5 ਵਾਰ ਤਾਂ ਮੂਲ ਮੰਤਰ ਪੜ੍ਹੋ। ਕਈ ਮੇਰੇ ਵਰਗੇ ਹੱਥ ਮਿਲਾ ਕੇ ਹਾਂਜੀ ਕੀ ਹਾਲ ਹੈ ਜੀ, ਠੀਕ ਹੈ ਜੀ, ਠਾਕ ਹੈ ਜੀ, ਐਂ ਜੀ, ਓਂ ਜੀ, ਨਿਆਣੇ ਕਿਵੇਂ ਨੇ ਜੀ, ਪੜ੍ਹਦੇ ਨੇ ਜੀ, ਐਂ ਜੀ, ਗੱਲਾਂ ਮਾਰ ਕੇ ਤੁਰ ਜਾਂਦੇ ਨੇ ਘਰ ਨੂੰ। ਮਾਫ਼ ਕਰਨਾ, ਮੰਮੀ ਉਹਨਾਂ ਲੋਕਾਂ 'ਚ ਹੀ ਆ। ਗੁਰਦੁਆਰੇ ਆਉਣ ਦਾ ਫਾਇਦਾ ਕੀ ਹੈ? ਇੱਕ ਦੂਜੇ ਨਾਲ ਹੱਥ ਬਿਲਕੁਲ ਨਾ ਮਿਲਾਓ। ਹੁਣ ਤਾਂ ਆ ਮਹਾਂਮਾਰੀ ਦਾ ਜ਼ੋਰ ਹੈ, ਡਾਕਟਰ ਵੀ ਕਹਿੰਦੇ ਨੇ ਗੁਰਦੁਆਰੇ ਹੱਥ ਮਿਲਾਉਣਾ ਨਹੀਂ ਚਾਹੀਦਾ। ਫਿਰ ਚਰਨ ਗੰਗਾ ਦੇ ਅੰਦਰ ਕਿਸੇ ਦਾ ਹਾਲ ਨਾ ਪੁੱਛੋ। ਇੱਥੇ ਤਾਂ ਆਪਾਂ ਪਾਠ ਕਰਨ ਆਏ ਹਾਂ, ਹਾਲ ਪੁੱਛਣ ਥੋੜ੍ਹਾ ਆਏ ਹਾਂ। ਮਿਲਣਾ ਚਰਨ ਗੰਗਾ ਤੋਂ ਬਾਹਰ ਮਿਲੋ, ਸ਼ੈੱਡ ਥੱਲੇ ਮਿਲ ਪਵੋ, ਗੇਟ ਤੋਂ ਬਾਹਰ ਮਿਲ ਪਵੋ। ਜੋ ਘਰ ਦੀਆਂ ਗੱਲਾਂ ਨੇ ਇੱਥੇ ਨਹੀਂ ਮਾਰਨੀਆਂ ਚਾਹੀਦੀਆਂ। ਇੱਥੇ ਗੁਰੂ ਦੀਆਂ ਗੱਲਾਂ ਬਾਤਾਂ ਪਾਓ। ਨਹੀਂ ਕੁਛ ਆਉਂਦਾ ਤੇ ਦੂਜੇ ਤੋਂ ਸੁਣੋ। ਕਈ ਕਥਾ ਤਾਂ ਸੁਣਦੇ ਨਹੀਂ, ਆਪ ਦੀ ਕਥਾ ਸੁਣਾ ਕੇ ਚੱਲ ਜਾਂਦੇ ਨੇ। ਇੱਕ ਇੱਥੇ ਬਜ਼ੁਰਗ ਆਉਂਦੇ ਨੇ, ਮੈਨੂੰ ਮਾਫ਼ ਕਰਨਾ, ਆਉਂਦੇ ਤਾਂ 9 ਵਜੇ ਨੇ ਅਤੇ ਕਈ ਵਾਰ ਮੈਂ ਉਹਨਾਂ ਦੇ ਮੱਥੇ ਲੱਗਦਾ। ਇੱਕ ਵਾਰ ਤਾਂ ਮੈਨੂੰ ਪ੍ਰਧਾਨ ਨੇ ਝਿੜਕਿਆ, ਪ੍ਰੇਮ ਸੋਹਣੇ, ਕਹਿੰਦਾ ਤੂੰ ਦੱਸਦਾ ਨਹੀਂ ਆ, ਸਾਡੇ ਤੋਂ ਵੱਡੇ ਨੇ, ਮੈਂ ਸਤਿਕਾਰ ਕਰਦਾ, ਅਫਸਰ ਰਿਟਾਇਰ ਹੋਏ ਨੇ, ਗੁਰਮੁਖਾਂ ਨੂੰ ਫਤਿਹ ਹੀ ਬੁਲਾਈ ਦੀ ਹੈ, ਨਿਮਰਤਾ ਨਾਲ ਸੀਸ ਝੁਕਾਈ ਦਾ। ਉਹਦੇ ਸਾਹਮਣੇ ਉਹਨਾਂ ਪੁੱਛ ਲਿਆ, ਕਹਿੰਦੇ ਜਿੱਥੇ ਕਥਾ ਨਹੀਂ ਹੁੰਦੀ ਤੇ ਹੋਣੀ ਚਾਹੀਦੀ ਹੈ। ਮੈਂ ਕਿਹਾ ਜੀ ਹਾਂ ਹੋਣੀ ਤਾਂ ਚਾਹੀਦੀ ਹੈ, ਪਰ ਹੁਣ ਕਰੀਏ ਕੀ? ਕਹਿੰਦੇ ਕਥਾ ਕਰਿਆ ਕਰੋ। ਮੈਂ ਕਿਹਾ ਜੀ 7 ਵਜਣ। ਉਹ ਪ੍ਰੇਮ ਸੁਣ ਰਿਹਾ ਸੀ ਦਫ਼ਤਰ ਦੇ ਸਾਹਮਣੇ, ਕਹਿੰਦੇ ਤੂੰ ਦੱਸਦਾ ਨਹੀਂ ਵੀ ਕਥਾ ਤਾਂ ਹੋ ਗਈ, ਸਮਾਪਤ ਵੀ ਹੋ ਗਈ। ਮੈਂ ਕਿਹਾ ਵੀ ਹੁਣ ਕੌਣ ਮੱਥਾ ਮਾਰੇ? 5 ਮਿੰਟ ਨੇ ਅਖਬਾਰ ਪੜ੍ਹ ਕੇ ਆਪਾਂ ਘਰ ਨੂੰ ਜਾਣਾ, ਅਤੇ ਇਸ ਵਾਸਤੇ ਐਵੇਂ ਮੱਥਾ ਮਾਰਨ ਦਾ ਕੋਈ ਲਾਭ ਨਹੀਂ। ਮਤਲਬ ਆਪਾਂ ਆਉਂਦੇ 10 ਵਜੇ ਹਾਂ ਅਤੇ ਆ ਕੇ ਪੁੱਛਦੇ ਹਾਂ ਵੀ ਆਹ ਨਹੀਂ ਹੋਇਆ, ਉਹ ਨਹੀਂ ਹੋਇਆ। ਤੋ ਇਸ ਵਾਸਤੇ ਆਪ ਦੀ ਕਥਾ ਸੁਣਾ ਕੇ ਤੁਰ ਜਾਣਾ ਅਤੇ ਗੁਰੂ ਘਰ ਦਾ ਪ੍ਰੋਗਰਾਮ ਅਟੈਂਡ ਨਹੀਂ ਕਰਨਾ। ਜੋ ਕਥਾ ਦੇ ਵਿੱਚ, ਕੀਰਤਨ ਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ। ਮੰਨ ਲਓ ਮੈਂ ਵੀ ਆਇਆ, ਹੁਕਮਨਾਮਾ ਪੜ੍ਹਿਆ ਹੀ ਨਹੀਂ, ਅਤੇ ਆਪਾਂ ਸਵਾਲ ਕਰਦੇ ਹਾਂ ਵੀ ਆਹ ਸਵਾਲ ਕਿੰਝ ਹੈ ਜੀ, ਉਹ ਕਿੰਝ ਹੈ ਜੀ, ਸੁਣਦੇ ਹੈ ਨਹੀਂ। ਉਹੀ ਗੱਲਾਂ ਬਾਤਾਂ ਮਹਾਰਾਜ ਕਥਾ ਕੀਰਤਨ 'ਚ ਸਾਨੂੰ ਬਖਸ਼ਿਸ਼ ਕਰਦੇ ਨੇ, ਅਤੇ ਜਦ ਪ੍ਰੋਗਰਾਮ ਹੋ ਰਿਹਾ ਉਦੋਂ ਆਪਾਂ ਸੁਣਿਆ ਨਹੀਂ, ਅੱਗੋਂ ਪਿੱਛੋਂ ਆਪਾਂ ਸਵਾਲ ਕਰਦੇ ਹਾਂ। ਸਵਾਲ ਉਹੀ ਨੇ, ਕਾਮਨ ਜਿਹੀ, ਬਿਲਕੁਲ ਨਾਰਮਲ ਜਿਹੀ। ਅਤੇ ਇਸ ਵਾਸਤੇ ਗੁਰਦੁਆਰੇ ਆਉਣ ਦਾ ਕੋਈ ਫਾਇਦਾ ਨਹੀਂ। ਜੇ ਆਪਦੀਆਂ ਬਾਤਾਂ, ਆਪਦੀ ਕਥਾ ਸੁਣਾ ਕੇ ਤੁਰ ਗਏ, ਇੱਥੇ ਤਾਂ ਜੋ ਕੁਝ ਹੁੰਦਾ ਉਹ ਸੁਣੀਦਾ ਹੈ, ਆਪ ਦਾ ਨਹੀਂ ਸੁਣਾਈਦਾ। ਜੇ ਸੁਣਾਂਗੇ ਤਾਂ ਕੁਛ ਸਾਡੇ ਪੱਲੇ ਪਊਗਾ। ਸਾਨੂੰ ਤਾਂ ਸਾਰਾ ਕੁਛ ਆਉਂਦਾ ਹੀ ਹੈ, ਤੋ ਜੇ ਅਸੀਂ ਆਪ ਦਾ ਹੀ ਸੁਣਾ ਲਿਆ ਫਿਰ ਆਪਾਂ ਨੂੰ ਪ੍ਰਾਪਤ ਕੀ ਹੋਊਗਾ? ਤੋ ਇਸ ਲਈ ਘੱਟ ਤੋਂ ਘੱਟ 5 ਵਾਰ ਮੂਲ ਮੰਤਰ ਪੜ੍ਹੋ, ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕੋ ਅਤੇ ਚੌਂਕੜਾ ਮਾਰ ਕੇ ਬੈਠ ਕੇ 5 ਵਾਰ ਮੂਲ ਮੰਤਰ ਪੜ੍ਹੋ। ਜੇ ਸਮਾਂ ਹੈ, ਗੁਰੂ ਸਾਹਿਬ ਦੀ ਕਿਰਪਾ ਹੈ ਤਾਂ ਜਪਜੀ ਸਾਹਿਬ ਦਾ ਨਿਤਨੇਮ ਕਰੀਏ। ਜੇ ਮਹਾਰਾਜ ਦੀ ਹੋਰ ਕਿਰਪਾ ਹੈ, ਸਮਾਂ ਹੈ, ਤਾਂ 5 ਬਾਣੀਆਂ ਦਾ ਪਾਠ ਕਰੀਏ।
कई सुखमनी साहिब तां पढ़ी जाते हैं, 5 बाणियां पढ़ते ही नहीं। है तो सुखमनी साहिब भी बाणी आ, ते पर कई संत बाबे सुखमनी साहिब ते जोर दिंदे ने। जिहड़ा जपजी साहिब पहली बाणी है, जाप साहिब बाणी है, वो बारे किसी को पता ही नहीं भी नितनेम भी करीदा। जां सहज पाठ ते जोर देणगे भी सहज पाठ का नितनेम करो, जपजी साहिब पढ़िया ही नहीं। महाराज दे चरनी लगो तो इंज नितनेम कंपलसरी है। भावें घरों आईए तो घरों करके आके अरदास करिए महाराज दे चरणों च, भी समा सफला है। भावें छोटा जिहा हुक्मनामा ही सुनीए पर हाज़री जरूर लवाइए। ये गुरु घरां दी यात्रा दे लाभ है। विभौर साहिब गुरु महाराज ने श्री चौपई साहिब उचारे है, उत्थे 25 पाठ चौपई साहिब दे करिए। एड्डी वड्डी पहाड़ी ते चढ़न का की फायदा जे जाके 25 पाठ चौपई साहिब दे ना कीते। भजे भजे हेमकुंड साहिब तां चढ़ गए, उत्थे जाके अरदास ही नहीं सुनी, हुक्मनामा ही नहीं सुनिया, घड़ी कीर्तन ही नहीं सुनिया, फिर फायदा की होया। सिंह सरोवर दे विच कितना ठंडा पानी हुंदा। एक ने 5 बाणियां ठंडे पानी सरोवर च पढ़ियां, एक ने नाल आसा दी वार भी पढ़ी। इन्नी चढ़दी कला वाले गुरमुख ते मैनू 5 प्यारे 2 बार लैके गए। 5 प्यारिਆਂ ਦੇ ਨਾਲ अखंड पाठ साहिब दोवें वारी उत्थे हेमकुंड साहिब होया। सो गुरु साहिब की बख्शिश होई। तो हजूर साहिब ही महापुरख तुरन लग्या कहंदे भाई 25 पाठ डेली जपजी साहिब दे करने ने हर रोज़। एड्डी दूर भजे भजे जाओ, 2 रातां भन्नो, 3 दिन भन्नो जाण दे, 3 दिन भन्नो आउण दे। जाके कुछ सुनिया ही नहीं, कुछ पढ़िया ही नहीं, भजे भजे गए तो भजे भजे आ गए। दरबार साहिब भी इस तरह ही है, 4 घंटे जाण दे, 4 घंटे आउण अमृतसर, 8 घंटिया की ड्राइव की तो जपजी साहिब उत्थे पढ़िया ही नहीं। जांदियां ही कमरा दिओ जी। कई इत्थों ही पुछण लग पैंदे ने बाबा जी कमरा मिल जूगा। मैं तो यही हथ जो कि बेनती करदा भी जे तां कमरा मिल गया फिर तो बेड़ा बह गया। सगों कमरा नहीं मिलना चाहिए। गुरुद्वारे कमरे का की काम होया, उत्थे सौण थोड़ो गए हैं। आखे जी AC वाला कमरा 500 रुपये का, गीजर वाला 500 का, बाकी 300 का। जाके उत्थे सौ जाईदा, दिन चढ़े उठीदा। कोई फायदा तो ना होया गुरुद्वारे जाण दा, वो तां घर ही बंदा फिर सुता रहे। 100वें परिक्रमा दे विच नहीं जाग आई तो 3 बजे बाल्टी पानी दी अगले आके मारते ने, उठ बई। सारे जो कपड़े गिले होंदे बंदा झाड़ झूड़ के वेंदा गांह पिछां भी चंगे बंदे ने, ये सेवा करते हैं कि लोगों को तंग करते हैं। वो तंग करना बड़ा वधिया मैनूं तां लगदा। दबका मारते हैं भी उठ 3 वज गए ने, 3 बजे तो बाद नहीं कोई उत्थे सौ सकदा परिक्रमा दे विच। ते जे कमरा मिल गया फिर तो भावें 7 बजे भी ना उठीए। तो इस वास्ते जे महाराज के चरणों च गए हैं उत्थे तो सारी रात ही मेला लगा रहिंदा। 2:30 बजे कीर्तन शुरू हो जाता। बंदा जाए इस हिसाब दे नाल जाए भी 12 बजे तक विश्राम करे, तो 12 बजे तो बाद सौण का मतलब ही कोई नहीं। इशनान करके ते दर्शनी ड्योढ़ी के सामने श्री सुखमनी साहिब का पाठ आरंभ हो जाता। भोग पैंदियां सारी गेट खुलदा, गेट खुलदियां सारी कीर्तन शुरू हो जाता। 2:30 बजे उत्थे बैठो, बहुती थकावट है, 2-4 झोंका मार लो पर कीर्तन च तां बैठो। फिर महाराज की आसा की वार प्रारंभ होंदी, फिर गुरु साहिब का प्रकाश होंदा। दिने भावें फिर बंदा जिथे मर्जी पापड़ ले तो बड़ियां ले, तो जे पापड़ बड़ियां लैके घर नूं मुड़ आए फिर की फायदा होया अमृतसर जाण दा। ते हजूर साहिबों गिरी का तेल तो भुक्की लैके मुड़ आए फिर तो कोई लाभ ना होया। ते हेमकुंड साहिब ते बस वो हनीमून मना के मुड़ आए, पहाड़ों की सैर करके मुड़ आए, फिर कोई लाभ नहीं है। जे बाणी नहीं पढ़ी, पाठ नहीं किया, असी समझते हैं पता नहीं रब हेमकुंड साहिब भी बैठा, हजूर साहिब भी बैठा। जिहड़े उत्थों वाले ने वो समझते ने रब पता नहीं अमृतसर है। तो जिथे रहिंदे उत्थे कोई श्रद्धा नहीं है।
ਆਪਾਂ ਭੱਜ ਕੇ ਦੂਰ ਜਾਂਦੇ ਹਾਂ ਅਤੇ ਭੱਜੋ ਭਜਾਈਏ ਦੇ ਚੱਕਰ 'ਚ ਸਿਰ ਘੁੰਮ ਜਾਂਦਾ, ਲੱਤਾਂ ਥੱਕ ਜਾਂਦੀਆਂ, ਫਿਰ ਬੰਦਾ ਕਾਸੇ ਜੋਗਾ ਨਹੀਂ ਰਹਿੰਦਾ। ਜਦੋਂ ਥੱਕ ਗਿਆ, ਰੋਟੀ ਚੱਜ ਨਾਲ ਨਹੀਂ ਮਿਲੀ, ਸੁੱਤਾ ਨਹੀਂ ਗਿਆ, ਫਿਰ ਕਰੂਗਾ ਕੀ? ਇਹਦੇ ਨੂੰ ਬੰਦਾ ਆਪਦੇ ਘਰ ਵੇਲੇ ਸਿਰ ਸੌਵੇਂ, ਵੇਲੇ ਸਿਰ ਉੱਠੇ ਅਤੇ ਗੁਰਦੁਆਰੇ ਆ ਕੇ ਆਪ ਦਾ ਨਿਤਨੇਮ ਕਰੇ। ਸੋ ਯਾਤਰਾ ਦਾ ਫਾਇਦਾ ਤਾਂ ਹੈ, ਮੇਰੇ ਕਹਿਣ ਦਾ ਮਤਲਬ ਭਈ ਜੇਕਰ ਆਪਾਂ ਜਾ ਕੇ ਕਿਸੇ ਗੁਰੂ ਘਰ ਪਾਠ ਕਰਦੇ ਹਾਂ, ਕੋਈ ਸਪੈਸ਼ਲ ਸੇਵਾ ਕਰਦੇ ਹਾਂ, ਪੈਸਾ ਤਾਂ ਦੁਨੀਆ ਕੋ ਬਥੇਰਾ, ਤੁਸੀਂ ਲੱਖ ਰੁਪਈਆ ਵੀ ਅਰਦਾਸ ਕਰਾ ਦਿਓ, ਪੈਸੇ ਨਾਲ ਥੋੜ੍ਹਾ ਰੱਬ ਖਰੀਦਿਆ ਜਾਂਦਾ। ਭਲਾ ਤਾਂ ਆਤਮਾ ਦਾ ਬਾਣੀ ਨੇ ਕਰਨਾ ਹੈ, ਪਾਠ ਨੇ ਕਰਨਾ ਹੈ। ਜੇ ਪੈਸੇ ਦੇ ਕੇ ਵੀ ਪਾਠ ਕਰਾ ਲਿਆ, ਹੁਕਮਨਾਮਾ ਵੀ ਨਹੀਂ ਸੁਣਿਆ, ਅਰਦਾਸ ਵੀ ਨਹੀਂ ਸੁਣੀ, ਫਿਰ ਵੀ ਮੇਰੇ ਖਿਆਲ ਮੁਤਾਬਕ ਤਾਂ ਕੋਈ ਇੰਨਾ ਮਾਨਸਿਕ ਸ਼ਾਂਤੀ ਦਾ ਕੋਈ ਲਾਭ ਨਹੀਂ ਹੋਵੇਗਾ। ਕਾਮਨਾ ਤੁਹਾਡੀ ਪੂਰੀ ਹੋ ਜਾਊਗੀ, ਭਾਵੇਂ ਤੁਸੀਂ ਘਰ ਬੈਠੇ ਹੋ, ਜਿੱਥੇ ਮਰਜ਼ੀ ਬੈਠੇ ਹੋ, ਗੁਰਦੁਆਰੇ ਅਰਦਾਸ ਹੋ ਗਈ, ਤੁਹਾਡੀ ਅਰਦਾਸ ਪੂਰੀ ਹੋ ਜਾਊਗੀ, ਕੰਮ ਤੁਹਾਡਾ ਨੇਪਰੇ ਚੜ੍ਹ ਜੂਗਾ। ਪਰ ਜੇ ਤੁਸੀਂ ਕਹੋ ਵੀ ਸਾਡਾ ਮਨ ਸ਼ਾਂਤ ਹੋਵੇ, ਮਾਇਆ ਵੀ ਤੁਹਾਡੀ ਸਫਲ ਹੋ ਜਾਊਗੀ, ਪਰ ਨਾ ਤਾਂ ਤੁਹਾਡੇ ਸਵਾਸ ਸਫਲੇ ਨੇ, ਨਾ ਤੁਹਾਡਾ ਸਮਾਂ ਸਫਲ ਆ। ਅਰਦਾਸਾਂ ਪੂਰੀਆਂ ਨੇ, ਕੰਮ ਪੂਰੇ ਨੇ, ਸਭ ਕੁਝ ਸਹੀ ਹੈ। ਜੇ ਮਨ ਦੀ ਸ਼ਾਂਤੀ ਲੈਣੀ ਹੈ, ਫਿਰ ਕੁਛ ਆਪ ਕਰਨਾ ਪਊਗਾ। ਇਹ ਜਿਹੜਾ ਗੁਰੂ ਘਰ ਦਾ ਕਾਰਜ ਹੈ, ਗੁਰਬਾਣੀ ਪੜ੍ਹਨ ਦਾ ਅਤੇ ਸੁਣਨ ਦਾ, ਇਹ ਖੁਦ ਆਪ ਹੀ ਕਰੇ ਤੋਂ ਲਾਭ ਹੁੰਦਾ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਤੋ ਇਸ ਵਾਸਤੇ ਯਾਤਰਾ ਕਰੀਏ, ਜਮ ਜਮ ਕਰੀਏ, ਡੇਲੀ ਕਰੀਏ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਲੋਹੇ ਲੇਤ ਹੈ। ਭਾਮਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖੈ, ਤਾਹੀਂ ਗੁਰ ਸਰਬ ਨਿਧਾਨ ਦਾਨ ਦੇਤ ਹੈ। ਮਹਾਰਾਜ ਸੋ ਜਿਹੜਾ ਚਰਨ ਚੱਲੋ ਮਾਰਗ ਗੋਬਿੰਦ, ਗੁਰੂ ਗੋਬਿੰਦ ਸਿੰਘ ਦੇ ਰਸਤੇ ਚੱਲਦਾ, ਗੁਰਦੁਆਰਿਆਂ ਦੀ ਯਾਤਰਾ ਕਰਦਾ, ਸੋ ਉਹਦੇ 'ਤੇ ਬਖਸ਼ਿਸ਼ਾਂ ਰਹਿਮਤਾਂ ਚੜ੍ਹਦੀ ਕਲਾ ਕਰਦੇ ਨੇ। ਪਰ ਜੋ ਗੁਰੂ ਸਾਹਿਬ ਦਾ ਉਪਦੇਸ਼ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਖੇਰੀ। ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਬਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਮਹਾਰਾਜ ਦੀ ਸੱਚੀ ਬਾਣੀ ਨੂੰ ਗਾਈਏ ਅਤੇ ਸੁਣੀਏ ਤਾਂ ਭਾਈ ਲਾਭ ਹੈ। ਆਵ ਚਲ ਨਗਰ ਗੋਬਿੰਦ ਗੁਰੂ ਕਾ, ਗੁਰੂ ਗੋਬਿੰਦ ਸਿੰਘ ਦਾ ਨਗਰ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1000 ਵਰ੍ਹਾ ਜਿੱਥੇ ਤਖਤ ਸਾਹਿਬ ਹੈ ਉੱਥੇ ਤਪ ਕੀਤਾ ਹੈ। 1000 ਵਰ੍ਹਾ ਜਿਸ ਤਰ੍ਹਾਂ ਸਾਧੂ ਧੂਣੀਆਂ ਤਾ ਕੇ ਤਪ ਕਰਦੇ, ਇਹ ਮਹਾਰਾਜ ਦਾ ਧੂੰਆਂ ਸੀਗਾ। ਹੇਠਾਂ ਇੱਕ ਭੋਰਾ ਸਾਹਿਬ ਹੈ, ਉੱਥੇ ਕੋਈ ਜਾਂਦਾ ਨਹੀਂ, ਦਰਵਾਜ਼ਾ ਬੰਦ ਹੈ। ਉੱਥੇ ਮਹਾਰਾਜ ਨੇ ਆਪ ਦਾ ਸਥਾਨ ਦਿਖਾਇਆ ਬਹਾਦਰ ਸ਼ਾਹ ਨੂੰ। ਉਹਦੇ ਵਿੱਚੋਂ ਫੌੜੀ ਜਿਹੜੀ ਅਰਕ ਰੱਖਣ ਵਾਲੀ, ਉਹ ਲੱਕੜ ਦੀ ਹੁੰਦੀ ਹੈ। ਇੱਕ ਕਰਮੰਡਲ ਅਤੇ ਆਸਣ ਸਾਰਾ ਗੁਰੂ ਸਾਹਿਬ ਨੇ ਧੂੰਆਂ ਲੱਗਾ ਉੱਥੇ ਦਿਖਾਇਆ ਵੀ ਆ ਵੇਖ ਭਾਈ, ਇਹ ਸਾਡੀ ਜਗ੍ਹਾ ਹੈ, ਬੜੀ ਪੁਰਾਣੀ ਜਗ੍ਹਾ ਹੈ, ਸਤਿਯੁਗ ਦੀ। ਦੁਸ਼ਟ ਦਮਨ ਦੇ ਰੂਪ ਦੇ ਵਿੱਚ ਦੈਂਤਾਂ ਨੂੰ ਮਾਰ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਰੱਖਿਆ ਕਰਕੇ ਅਤੇ ਉਸ ਸਥਾਨ ਦੇ ਤਖਤ ਸਾਹਿਬ ਵਾਲੇ ਸਥਾਨ ਦੇ 1000 ਵਰ੍ਹਾ ਨਾਲੇ ਤਾਂ ਮਹਾਰਾਜ ਨੇ ਤਪ ਕੀਤਾ, ਨਾਲੇ ਉੱਥੇ ਰਾਜ ਕੀਤਾ। 1000 ਵਰ੍ਹਾ ਤਪ ਕਰਨ ਤੋਂ ਬਾਅਦ ਹੀ ਵੈਰਾਗਮਨ ਹੋ ਕੇ ਹੇਮਕੁੰਟ ਸਾਹਿਬ ਦੀ ਪਹਾੜੀ ਨੂੰ ਚੜ੍ਹ ਗਏ। ਫਿਰ 4 ਯੁੱਗ ਦਾ ਉੱਥੇ ਪੱਥਰ ਦੀ ਸਿਲਾ ਸੁਸ਼ੋਭਿਤ ਹੈ। ਉੱਥੇ ਕਲਗੀਧਰ ਮਾਨ ਨੇ ਚੌਂਕੜਾ ਮਾਰ ਕੇ ਕਲਯੁੱਗ ਤੱਕ ਤਪ ਕੀਤਾ। ਫਿਰ ਵਾਹਿਗੁਰੂ ਜੀ ਨੇ ਬੁਲਾਵਾ ਭੇਜਿਆ, ਸੱਚਖੰਡ ਤੋਂ ਮੈਸੇਜ ਲੈ ਕੇ ਸਾਰੀ ਗੱਲਬਾਤ ਸਮਝ ਕੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਗ੍ਰਹਿ ਵਿਖੇ ਪਟਨਾ ਸਾਹਿਬਾਂ ਨੇ ਅਵਤਾਰ ਧਾਰਿਆ। ਇਉਂ ਬੜੇ ਚੋਜ ਕੀਤੇ, ਛੋਟੀ ਜਿਹੀ ਉਮਰ 'ਚ ਇੰਨੇ ਵੱਡੇ ਕੰਮ ਕਰ ਦਿੱਤੇ ਜੋ ਬੰਦਾ 1000 ਸਾਲ ਦੀ ਉਮਰ ਵਾਲਾ ਵੀ ਨਹੀਂ ਕਰ ਸਕਦਾ। ਕ੍ਰਿਸ਼ਨ ਜੀ ਦੀ 1000 ਸਾਲ ਹੋਈ ਅਤੇ ਰਾਮ ਜੀ ਦੀ 10,000 ਵਰ੍ਹਿਆਂ ਦੇ ਵਿੱਚ ਵੀ ਉਹਨੇ ਕੰਮ ਨਹੀਂ ਉਹਨਾਂ ਨੇ ਕੀਤੇ
जो गुरु गोबिंद सिंह जी महाराज ने अपना 30-40 साल की उम्र च कर दिते। सो ऐसा धन गुरु गोबिंद सिंह जी महाराज प्रगट होया जिन्हें आपदा अबचल नगर हजूर साहब वसाया। गुरु रामदास का जिहड़ा नगर है वो अमृतसर है। गुरु गोबिंद सिंह इस नगर च नहीं आए ते गुरु गोबिंद सिंह का नगर अबचल नगर हजूर साहब शशोभत है। नाम जपत सुख पाया राम। गुरु नानक साहब ने करतारपुर नगर वसाया ते श्री गुरु अर्जन देव महाराज ने तरन तारण सरोवर छियाटा साहब इत्यादि गुरु घरां दी सेवा की। इहदे विच जे तुसीं हजूर साहब नाम जपोगे, नाम जप के राम है भाई सुखां नूं शांति नूं पाओगे। इसे प्रकार अब चल नगर गोबिंद गुरु का। गोबिंद परमेश्वर स्वरूप वड्डे गुरु साहब जी का रचिया होया अमृतसर साहब अचल नगर है, क्योंकि शब्द जो गुरु अर्जन साहब का है। तो अबचल नगर अमृतसर नूं कह रहे ने, ये अचल नगर है, चलाएमान नहीं हुंदा। कईयां ने सोचा भी इनू उजाड़ दईए, दरबार साहब ढा दईए। आ साडी वोटां नाल चुनी हुई कांग्रेस सरकार बीबी इंदिरा, उन्हें भी सोचा भी इनू ढा ढू के ते पाकिस्तान नाल जंग ला के बंब फटा के ते अमृतसर दा मलिया मेट ही कर दिओ। पहलां तां हिंदुस्तान पाकिस्तान बनिया ते मसां ही अमृतसर इधर नूं रखिया। जे साडे सरदार फौजी उत्थे मोर्चे ते डटदे ना ते अमृतसर भी लाहौर नूं ही चलिया जाना सीगा। इन्हां लोकां नूं की ननकाना साहब गया जांदा रहे, करतारपुर तां बिल्कुल नाल है डेरे बाबे नानक दे, वो भी परां नूं भेजता, ननकाना साहब भी भेजता, अमृतसर भी डा देना सीगा। गुरु नानक साहब जी दे गुरपुरब ते उन्हें मन च सोचिया सीगा ते पर वो ललित माकन शायद कोई वह असिस्टेंट सी, उहदे मूँह तो ये गल निकल गई जो बेअंत सोहने सुन लई मलोए वाले ने। फिर सोचा मना भी आप है तो सिख ठीक, भावें कांग्रेसी हाँ, पर सी है तो गुरु ग्रंथ साहब दे सिख। साडा दरबार साहब जे चला गया पाकिस्तान, फिर साथों की बचूगा। ये बीबी ही नहीं रहनी चाहिए, इनू ही डा दिओ। उन्होंने तां गुस्सा आया सीगा, वो नहीं सी गुस्सा आया, वो तो जद्दी पुश्ती कांग्रेसी सीगे। तो इस वास्ते बीबी दे मन की भी सोच सीगी भी गुरु नानक साहब दे गुरपुरब ते बार्डर खोल दिओ, आना बाना ला के ते इनू परां नूं भेज दिओ। बड़िया लोगों ने सोचा भी अमृतसर दा मलिया मेट कर दिओ, पर उही इत्थों खत्म हो गए। दरबार साहब दे विच अजे भी वाजे वजदे ने, नगारे खड़कते ने। क्या सोहना लाइव कीर्तन, सिख दे दिल की धड़कन। बंदे की धड़कन बंद हो जाए, नब्ज बंद हो जाए तो बंदा समझ लो मर गया। डॉक्टर धड़कन के नब्ज चैक करते हैं। जिन्ना चिर दरबार साहब के अंदर कीर्तन है उन्ना चिर सिख जिउंदा है। सिख की जान वो हरमंदर साहब का कीर्तन है। जदों धड़कनों हट गया दिल तो सिख डैड है, समझ लो सिख नहीं फिर है। ये महाराज सच्चे पातशाह ने कृपा की है, साड़ी जान अमृत सरोवर दे विच पाई है ते दरबार साहब के अंदर कीर्तन दे विच रखी है। ये अबचल नगर अचल नगर गोबिंद गुरु का, गो पृथ्वी दे जीवां की रख्या करने वाले ऊजनीक परमेश्वर दा है। श्री गुरु रामदास महाराज दिया है। इसे प्रकार अबचल नगर गोबिंद गुरु का। सो गोबिंद रूप गुरु रामदास जी का, परमेश्वर का आ जिहड़ा सत संगत रूपी घर है, ये अचल नगर है। जिथे भी संगत जुड़ती है वही अबचल नगर है। नाम जपत सुख पाया राम। जिथे बैठ के परमेश्वर का नाम जप के सुख स्वरूप नूं पाउणा कीता है। इसे प्रकार अबचल नगर गोबिंद गुरु का। गोबिंद परमात्मा का स्वरूप ते गुरु का बख्शिया होया
ਤੁਰਿਆ ਪਦ ਰੂਪ ਨਗਰ ਵੀ ਅਚਲ ਹੈ। ਨਾਮ ਜਪਤ ਸੁਖ ਪਾਇਆ ਰਾਮ। ਇਸ ਵਿੱਚ ਨਾਮ ਜਪਦਿਆਂ ਸਥਿਤ ਹੋ ਕੇ ਗੁਰਮੁਖ ਜਨਾਂ ਨੇ ਸੁਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ। ਰਾਮ ਹੈ ਭਾਈ ਮਨ ਇੱਛੇ ਸਈ ਫਲ ਪਾਏ। ਜੋ ਵੀ ਮਨ 'ਚ ਇੱਛਾ ਕੀਤੀ ਸੀ ਉਹੀ ਧਰਮ ਅਰਥ ਕਾਮ ਮੋਖ ਰੂਪ ਫਲ ਪ੍ਰਾਪਤ ਕਰ ਲਏ ਹਨ। ਕਰਤਾ ਆਪ ਵਸਾਇਆ ਰਾਮ। ਰਾਮ ਹੈ ਭਾਈ ਇਹ ਅੰਮ੍ਰਿਤਸਰ ਸਾਹਿਬ ਨਗਰ ਜਾਂ ਸਤ ਸੰਗਤ ਰੂਪੀ ਨਗਰ ਜਾਂ ਤੁਰਿਆ ਪਦ ਰੂਪੀ ਨਗਰ ਕਰਤਾ ਰਚਨ ਹਰ ਪਰਮੇਸ਼ਰ ਨੇ ਆਪ ਵਸਾਇਆ ਹੈ, ਜਿਸ ਕਰਕੇ ਇਹਨੂੰ ਕੋਈ ਢਾਹ ਨਹੀਂ ਸਕਦਾ, ਇਹਨੂੰ ਮੇਟ ਨਹੀਂ ਸਕਦਾ। ਕਰਤਾ ਕੌਣ? ਕਰਤਾਰਪੁਰ ਕਰਤਾ ਵਸੈ। ਕੌਣ ਵਸਦਾ? ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਹੀ ਕਰਤਾਰ। ਸੰਤਨ ਗਏ ਪਾਸ ਉਹਨੇ ਸੰਗਤ ਜੋੜੀ ਹੈ। ਜਿੱਥੇ ਜਾਂਦੇ ਮਹਾਰਾਜ ਕਹਿੰਦੇ ਸੰਗਤ ਕਰੋ ਭਾਈ, ਇਕੱਠੇ ਬੈਠ ਕੇ ਰੱਬ ਦਾ ਭਜਨ ਕਰੋ, ਲੰਗਰ ਚਲਾਓ, ਆਏ ਗਏ ਦੀ ਸੇਵਾ ਕਰੋ। ਇਹ ਗੁਰੂ ਨਾਨਕ ਸਾਹਿਬ ਨੇ ਬਣਾਇਆ ਹੈ ਸੰਗਤ ਦਾ ਘਰ, ਇਹਨੂੰ ਕੋਈ ਢਾਹ ਨਹੀਂ ਸਕਦਾ। ਕਰਤਾ ਆਪ ਵਸਾਇਆ। ਇਹ ਜਿਹੜਾ ਨਗਰ ਰਚਨ ਹਰ ਪਰਮੇਸ਼ਰ ਨੇ ਆਪ ਵਸਾਇਆ ਹੈ। ਸਰਬ ਸੁਖ ਪਾਇਆ। ਇਹਦੇ 'ਚ ਭਾਵਨਾ ਸਹਿਤ ਵਸਣ ਵਾਲੇ ਸਾਰਿਆਂ ਨੇ ਸੁਖ ਪਾਇਆ ਹੈ। ਪੁੱਤ ਪਾਈ ਸਿੱਖ ਬਿਗਾਸੇ। ਇਸ ਨਗਰ ਦੀ ਸ਼ੋਭਾ ਨੂੰ ਵੇਖ ਕੇ, ਅੰਮ੍ਰਿਤਸਰ ਨਗਰ ਦੀ ਸ਼ੋਭਾ, ਸੱਚਖੰਡ ਹਜ਼ੂਰ ਸਾਹਿਬ ਦੀ ਸ਼ੋਭਾ ਤੇ ਸੰਗਤ ਰੂਪੀ ਨਗਰ ਦੀ ਸ਼ੋਭਾ, ਤੁਰਿਆ ਪਦ ਸਰੂਪ ਦੀ ਸ਼ੋਭਾ ਦੇਖ ਕੇ ਪ੍ਰਤੱਖ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ, ਭਰਾ ਮਹਾਦੇਵ ਆਦਿਕ, ਬਾਬਾ ਬੁੱਢਾ ਜੀ ਵਰਗੇ ਆਦਿਕ ਸਿੱਖ ਸਾਰੇ ਖੁਸ਼ ਹੋਏ। ਜਾਂ ਇਸੇ ਪ੍ਰਕਾਰ ਪੁੱਤ ਪਾਈ ਸਿੱਖ ਬਿਗਾਸੇ। ਗਿਆਨ ਰੂਪੀ ਪੁੱਤਰ, ਸ਼ਰਵਣ ਮੰਨਣ ਰੂਪੀ ਭਾਈ ਤੇ ਸਿੱਖਿਆ ਲੈਣ ਵਾਲੇ ਜਗਿਆਸੂ ਜਨ ਆਦਿਕ ਸਾਰੇ ਆਨੰਦ ਪ੍ਰਸੰਨ ਹੋਏ ਹਨ। ਗੁਣ ਗਾਵਹਿ ਪੂਰਨ ਪਰਮੇਸ਼ਵਰ। ਵਿਆਪਕ ਤੇ ਵੱਡੇ ਈਸ਼ਵਰ ਦੇ ਗੁਣ ਅਸੀਂ ਗਾਉਂਦੇ ਹਾਂ। ਕਾਰਜ ਆਇਆ ਰਸੇ। ਜਿਸ ਕਰਕੇ ਅੰਮ੍ਰਿਤਸਰ ਸਾਹਿਬ ਨਗਰ ਵਸਾਉਣ, ਹਰਿਮੰਦਰ ਸਾਹਿਬ ਰਚਨ ਜਾਂ ਭਾਵ ਭਗਤੀ ਜਾਂ ਗੁਰਮੁਖਾਂ ਦਾ ਮੁਕਤੀ ਰੂਪੀ ਕਾਰਜ ਰਾਸ ਆਇਆ, ਸਚਾਈ ਵਿੱਚ ਆ ਗਿਆ, ਭਾਵ ਠੀਕ ਆ ਗਿਆ ਹੈ। ਪ੍ਰਭ ਆਪ ਸੁਆਮੀ ਆਪੇ ਰੱਖਾਂ। ਪਰਮੇਸ਼ਰ ਆਪ ਹੀ ਸਾਰਿਆਂ ਦਾ ਸੁਆਮੀ ਮਾਲਕ ਹੈ, ਆਪ ਹੀ ਸਭਨਾਂ ਦਾ ਰਖਵਾਲਾ ਹੈ। ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਆਪ ਪਿਤਾ ਆਪ ਮਾਇਆ। ਆਪ ਹੀ ਸਭ ਦਾ ਪਿਤਾ ਰੂਪ ਹੈ ਤੇ ਆਪ ਹੀ ਸਭ ਦਾ ਮਾਤਾ ਰੂਪ ਹੈ। ਇਹ ਆਪ ਹੀ ਸੰਤੋਖ ਰੂਪੀ ਪਿਤਾ ਤੇ ਆਪ ਹੀ ਖਮਾ ਰੂਪ ਮਾਤਾ ਹੈ। ਕਾਹੋ ਨਾਨਕ ਸਤਿਗੁਰ ਬਲਹਾਰੀ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਅਸੀਂ ਆਪਣੇ ਵੱਡੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ। ਜਿਨ ਇਹੋ ਥਾਨ ਸੁਹਾਇਆ। ਜਿਨ੍ਹਾਂ ਨੇ ਅੰਮ੍ਰਿਤਸਰ ਜਾਂ ਸੰਗਤ ਰੂਪੀ ਅਸਥਾਨ ਸ਼ੋਭ ਨਹੀਂ ਕੀਤਾ ਹੈ। ਘਰ ਮੰਦਰ ਹਟ ਨਾਲੇ ਸੋਹੇ। ਘਰ ਭਾਵ ਗੁਰੂ ਕੇ ਮਹਿਲ, ਮੰਦਰ ਭਾਵ ਹਰਿਮੰਦਰ ਸਾਹਿਬ, ਹਟ ਨਾਲੇ ਹਟੀਆਂ ਭਾਵ ਗੁਰੂ ਕਾ ਬਾਜ਼ਾਰ ਸਭ ਸ਼ੋਭਨੀਕ ਹੋਇਆ ਹੈ। ਜਿਸ ਵਿੱਚ ਨਾਮ ਨਿਵਾਸੀ ਰਾਮ। ਜਿਹਦੇ ਵਿੱਚ ਰਾਮ ਨਾਮ ਜਪਣ ਵਾਲੇ ਨਿਵਾਸ ਕਰਦੇ ਨੇ। ਰਾਮ ਹੈ ਭਾਈ। ਇੱਕ ਗੁਰਮੁਖ ਪਿਆਰੇ ਰੁਮਾਲਿਆਂ ਵਾਲੇ ਹੁੰਦੇ ਸੀ। ਜਦੋਂ ਵੀ ਮਹਾਰਾਜ ਦਾ ਸਰੂਪ ਆਉਂਦਾ ਪਾਲਕੀ ਸਾਹਿਬ, ਸਭ ਤੋਂ ਪਹਿਲੇ ਨੰਬਰ 'ਤੇ ਉਹ ਸਵਈਏ ਪੜ੍ਹਦੇ ਹੁੰਦੇ। ਹੁਣ ਉਹ ਚੜ੍ਹਾਈ ਕਰ ਗਏ ਨੇ। ਜਦੋਂ ਦਾ ਮੈਂ ਵੇਖਦਾ ਉਦੋਂ ਦਾ ਉਹਨਾਂ ਕੋਈ ਨਾਗਾ ਨਹੀਂ ਪਾਇਆ। ਡੇਲੀ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਪ੍ਰਕਾਸ਼ ਵਕਤ ਪਹਿਲੇ ਨੰਬਰ 'ਤੇ ਸਵਈਏ ਪੜ੍ਹਨੇ। ਐਸੇ ਗੁਰਮੁਖ ਪਿਆਰੇ ਅੰਮ੍ਰਿਤਸਰ ਨਗਰ ਦੇ ਵਿੱਚ ਨਿਵਾਸ ਕਰਦੇ ਨੇ। ਦੁਕਾਨਾਂ 'ਤੇ ਜੋ ਮਰਜ਼ੀ ਕਰਨ ਪਰ ਦਰਬਾਰ ਸਾਹਿਬ ਦਾ ਨਾਗਾ ਨਹੀਂ ਪਾਉਂਦੇ। ਅਤੇ ਇਸ਼ਨਾਨ ਪਾਣੀ ਵੀ ਦੀਵਾਲੀ ਵਿਸਾਖੀ ਲਾਜ਼ਮੀ ਕਰਦੇ। ਤੋ ਇਸ ਵਾਸਤੇ ਨਾਮ ਜਪਣ ਵਾਲੇ, ਗੁਰੂ ਸਾਹਿਬ ਨੂੰ ਮੰਨਣ ਵਾਲੇ ਉੱਥੇ ਗੁਰਮੁਖ ਨਿਵਾਸ ਕਰਦੇ ਨੇ।
ਜਾਂ ਸੰਗਤ ਰੂਪੀ ਘਰ ਵਿੱਚ ਨਾਮ ਜਪਣ ਵਾਲੇ ਹੀ ਆਉਣਾ ਹੈ। ਹਜੂਰ ਸਾਹਿਬ ਵੀ ਜਿਹਦਾ ਥੋੜ੍ਹਾ ਬਹੁਤਾ ਪ੍ਰੇਮ ਹੋ ਉਹੀ ਜਾਊਗਾ। ਤੇ ਇਸ ਵਾਸਤੇ ਇਸੇ ਤਰ੍ਹਾਂ ਘਰ ਮੰਦਰ ਹਟ ਨਾਲੇ ਸੋਹੇ। ਘਰ ਹੁੰਦੇ ਨੇ ਕੱਚੇ, ਕੋਠੇ ਜਿਹੜੇ ਹੁੰਦੇ ਸਾਡੇ ਪੁਰਾਣੇ, ਮੰਦਰ ਹੁੰਦੇ ਨੇ ਪੱਕੇ ਇੱਟਾਂ ਵਾਲੇ, ਬਾਜ਼ਾਰ ਸ਼ੋਭਨੀਕ ਹੋਏ ਨੇ। ਆ ਸੁਹਾਣੇ ਦਾ ਬਾਜ਼ਾਰ ਬੜਾ ਮਸ਼ਹੂਰ ਹੈ। ਆਪਾਂ ਤਾਂ ਇੱਥੇ ਰਹਿੰਦੇ, ਸਾਨੂੰ ਤਾਂ ਪਤਾ ਨਹੀਂ, ਲਾਗੇ ਬੰਦੇ ਨੇ ਪਤਾ ਨਹੀਂ 100 ਪਿੰਡਾਂ ਨੂੰ ਇਹ ਡੀਲ ਕਰਦਾ ਹੋਊਗਾ। ਤੋ ਬੜੀ ਬੜੀ ਦੂਰ ਤੱਕ ਇਹਦੀ ਪ੍ਰਸਿੱਧੀ ਹੈ। ਤੋ ਇਸ ਤਰ੍ਹਾਂ ਸੋ ਜਿੱਥੇ ਗੁਰਦੁਆਰਾ ਉੱਥੇ ਬਾਜ਼ਾਰ ਵੀ ਸੋਹਣੇ ਬਣਦੇ ਨੇ, ਕਿਉਂਕਿ ਸੰਗਤਾਂ ਨੇ ਯਾਤਰਾ ਕਰਨ ਆਉਣਾ ਹੁੰਦਾ ਅਤੇ ਥੋੜ੍ਹਾ ਬਹੁਤਾ ਸਮਾਨ ਘਰ ਦਾ ਦੁਕਾਨਦਾਰਾਂ ਦਾ ਵੀ ਸੌਰ ਜਾਂਦਾ। ਇਉਂ ਬਾਜ਼ਾਰ ਵੀ ਸੋਹਣੇ ਹਨ। ਇਹ ਵੀ ਗੁਰਦੁਆਰੇ ਕਰਕੇ ਹੀ ਨੇ, ਸੰਗਤ ਕਰਕੇ ਹੀ ਹਨ। ਜੇ ਸੰਗਤ ਨਾ ਆਏ ਤੇ ਬਾਜ਼ਾਰ ਵੀ ਠੱਪ ਹੋ ਜਾਏ। ਜਿਸ ਵਿੱਚ ਨਾਮ ਨਿਵਾਸੀ ਰਾਮ। ਜਿਨ੍ਹਾਂ ਘਰਾਂ ਤੇ ਮੰਦਰਾਂ ਦੇ ਵਿੱਚ ਤੇ ਵਾਹਿਗੁਰੂ ਜੀ ਦੇ ਨਾਮ ਦਾ ਨਿਵਾਸ ਹੋਇਆ ਹੈ, ਤੇ ਬਾਜ਼ਾਰਾਂ ਦੇ ਵਿੱਚ ਕਥਾ ਦੀਆਂ ਕੈਸਟਾਂ, ਗੁਰਬਾਣੀ ਦੇ ਕੀਰਤਨ ਦੀਆਂ ਕੈਸਟਾਂ, ਉਹ ਵੀ ਤਾਂ ਨਾਮ ਦਾ ਨਿਵਾਸ ਹੀ ਆ। ਹੰਸਾਲੀ ਵਾਲੇ ਬਾਬਿਆਂ ਦੀਆਂ, ਬਾਬੇ ਹਨੂੰਮਾਨ ਸਿੰਘ ਦੀਆਂ ਫੋਟੋਆਂ, ਕਿਸੇ ਮਰਜ਼ੀ ਫੋਟੋਗ੍ਰਾਫਰ ਕੋਲ ਚਲੇ ਜਾਓ, ਜਿਹੜੀ ਮਰਜ਼ੀ ਗੁਰੂ ਘਰ ਦੀ ਫੋਟੋ ਲੈ ਲਓ। ਇਹ ਮਹਾਰਾਜ ਦੀ ਮਹਿਮਾ ਹੈ, ਗੁਰੂ ਘਰ ਦੀ ਮਹਿਮਾ ਹੈ। ਇਸੇ ਤਰ੍ਹਾਂ ਘਰ ਮੰਦਰ ਹਟ ਨਾਲੇ ਸੋਹੇ। ਸਰੀਰ ਰੂਪੀ ਘਰ, ਅੰਤःਕਰਨ ਰੂਪੀ ਮੰਦਰ ਤੇ ਇੰਦਰੀਆਂ ਰੂਪ ਬਾਜ਼ਾਰ ਸੋਭਨੀਕ ਉਹਨਾਂ ਦੇ ਹੋਏ ਨੇ। ਇਸੇ ਤਰ੍ਹਾਂ ਘਰ ਮੰਦਰ ਹਟ ਨਾਲੇ ਸੋਹੇ। ਪ੍ਰੋਖ ਅਪਰੋਖ ਗਿਆਨ ਰੂਪੀ ਬਾਜ਼ਾਰ ਸ਼ੋਭ ਰਹੇ ਨੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਜਿਹਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ। ਰਾਮ ਹੈ ਭਾਈ। ਸੰਤ ਭਗਤ ਹਰ ਨਾਮ ਅਰਾਧਾ ਹੈ। ਜਿਸ ਅੰਮ੍ਰਿਤਸਰ ਨਗਰ ਵਿੱਚ ਜਾਂ ਹਜੂਰ ਸਾਹਿਬ ਨਗਰ ਵਿੱਚ ਜਾਂ ਸਤ ਸੰਗਤ ਰੂਪੀ ਨਗਰ ਵਿੱਚ ਸ਼ਾਂਤ ਚਿੱਤ ਸਤੋਗੁਣੀ ਪੁਰਖ ਤੇ ਭਗਤੀ ਕਰਨ ਵਾਲੇ ਸੇਵਕ ਪਰਮੇਸ਼ਰ ਦੇ ਨਾਮ ਨੂੰ ਆਰਾਧਦੇ ਨੇ, ਧਿਆਉਂਦੇ ਨੇ। ਇੱਥੇ ਗੁਰਦੁਆਰੇ ਘੱਟੋ ਘੱਟ ਵੀ 100 ਨਹੀਂ ਤਾਂ ਆਪਣਾ 70-80 ਪਾਠੀ ਜ਼ਰੂਰ ਹੋਣਗੇ। ਤੇ ਡਬਲ ਡਿਊਟੀਆਂ ਨੇ, ਬਾਹਰ ਵੀ ਅੰਦਰ ਵੀ, ਜਿੱਥੇ ਵੀ ਕੋਈ ਯਾਦ ਕਰੇ। ਤੇ ਇਹਨਾਂ ਦਾ ਕੰਮ ਹੀ ਇਹੀ ਹੈ, ਕਮਰੇ 'ਚ ਸਿਰਫ ਵਿਸ਼ਰਾਮ ਕਰਨਾ, ਬਾਕੀ ਔਨ ਡਿਊਟੀ। ਆ ਜਿੰਨੇ ਲੇਬਰ ਵਾਲੇ ਨੇ ਤੇ ਇਹ ਵੀ ਕਾਫੀ ਤੁਰੇ ਫਿਰਦੇ ਨੇ, 60-70 ਤਾਂ ਇਹ ਵੀ ਹੋਣਗੇ ਹੀ। ਇਹਨਾਂ ਦਾ ਕੰਮ ਕੀ ਆ? ਰਗੜਾਈ ਵਾਲੇ, ਮਹਾਰਾਜ ਦਾ ਪ੍ਰਕਾਸ਼ ਹੋਣਾ, ਰਾਤ ਨੂੰ ਵੀ ਅੱਧੀ ਰਾਤ ਤੱਕ ਕੰਮ ਕਰਦੇ। ਸੇਵਾ ਕਰੋ ਤੇ ਕਮਰਾ ਸਿਰਫ ਵਿਸ਼ਰਾਮ ਵਾਸਤੇ, ਥੋੜ੍ਹਾ ਬਹੁਤਾ ਲੰਗਰ ਪਾਣੀ ਛਕੋ। ਗੁਰੂ ਘਰ ਦੇ ਵਿੱਚ ਜੋ ਸੰਗਤ ਆਉਂਦੀ ਹੈ ਤੇ ਜਿੰਨਾ ਵੀ ਕਿਸੇ ਕੋਲ ਟਾਈਮ ਹੈ, ਉਹ ਆਪਦਾ ਭਗਤੀ ਭਾਵ ਦੇ ਨਾਲ, ਸੇਵਾ ਸਿਮਰਨ ਦੇ ਨਾਲ ਹੀ ਆਉਂਦਾ ਹੈ। ਇੱਥੇ ਦੂਜੇ ਬੰਦੇ ਦਾ ਕੰਮ ਹੀ ਕੋਈ ਨਹੀਂ, ਜੇ ਆ ਜਾਏ ਉਹਦਾ ਦਿਲ ਹੀ ਨਹੀਂ ਲੱਗੂਗਾ। ਦੂਸਰੇ ਦਾ ਕੀ ਕੰਮ ਹੈ, ਉਹਦਾ ਜੀ ਨਹੀਂ ਲੱਗਣਾ। ਇਸ ਲਈ ਸੰਤ ਤੇ ਭਗਤ ਨਾਮ ਨੂੰ ਆਰਾਧਨ ਲਈ ਆਉਂਦੇ ਹਨ। ਕੱਟਿਆ ਜਮ ਕੀ ਫਾਂਸੀ ਰਾਮ। ਤਿੰਨਾਂ ਦੀ ਯਮਦੂਤਾਂ ਦੀ ਫਾਹੀ ਕੱਟੀ ਜਾਂਦੀ ਹੈ। ਕੱਟੇ ਜਮ ਫਾਂਸੀ ਪ੍ਰਭ ਅਬਨਾਸੀ। ਨਾਸ਼ ਤੋਂ ਰਹਿਤ ਪਰਮੇਸ਼ਰ ਨੇ ਉਹਨਾਂ ਦੀ ਯਮਦੂਤਾਂ ਦੀ ਫਾਹੀ ਕੱਟ ਦਿੱਤੀ ਹੈ। ਹਰ ਹਰ ਨਾਮ ਧਿਆਏ। ਜੋ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਸਗਲ ਸਮਗਰੀ ਪੂਰਨ ਹੋਈ। ਸ੍ਰੀ ਦਰਬਾਰ ਸਾਹਿਬ ਦੇ ਰਚਨ ਦੀ ਸਾਰੀ ਚੀਜ਼ ਵਸਤ ਪੂਰੀ ਹੋਈ ਹੈ। ਉੱਪਰ 2 ਦਸੰਬਰ ਨੂੰ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ, ਬਾਬੇ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ 'ਤੇ। ਤੁਸੀਂ ਕਿਤੇ ਜਾ ਕੇ ਦਰਸ਼ਨ ਪਾ ਕੇ ਆਇਓ, ਕਿੰਨੇ ਬੰਦੇ ਉੱਤੇ ਲੱਗੇ ਕੰਮ ਕਰ ਰਹੇ ਨੇ। ਉਹ ਸਾਰਾ ਸਮਾਨ ਪੂਰਾ ਹੋ ਗਿਆ ਉੱਪਰਲਾ। ਜਿਹੜੇ ਦਿਨ ਨੂੰ ਅਸੀਂ ਯਾਦ ਕਰਦੇ ਸੀਗੇ, ਉਹ ਮਹਾਰਾਜ ਨੇ ਦਿਨ ਹੁਣ ਲਿਆਉਣਾ 2 ਦਸੰਬਰ ਨੂੰ। ਬੜੇ ਸੋਹਣੇ, ਬੜੇ ਦਰਬਾਰ ਸਾਹਿਬ ਦੇ ਵਿੱਚ ਜਿਹਦੀਆਂ ਡਾਟਾਂ ਦੇ ਉੱਪਰ ਹੀ 6 ਕਰੋੜ ਦਾ ਸੋਨਾ ਲੱਗਿਆ ਹੋਇਆ ਹੈ। ਅਤੇ ਪੱਥਰ ਸੋਨੇ ਨੂੰ ਵੀ ਮਹਿੰਗਾ, ਕਿਤੇ ਵੇਖਿਓ ਕਢਾਈ ਕੀਤੀ, ਬੜੇ ਬੜੇ ਸੋਹਣੇ ਸ਼ਸਤਰ ਉੱਥੇ, ਜਿਹੜੇ ਹੀਰੇ ਮੋਤੀ ਇਹਨਾਂ ਦੇ ਬਰਾਬਰ ਕੀ ਨੇ, ਰੰਗਦਾਰ ਪੱਥਰਾਂ ਦੀ ਕਢਾਈ ਹੋਈ ਹੈ। 8 ਲੱਖ ਦੀ ਕਢਾਈ ਤਾਂ ਇੱਥੇ ਥੜੇ ਸਾਹਿਬ 'ਤੇ ਹੀ ਹੈ।
ਹੇਠਾਂ ਹੇਠਾਂ ਹੀ ਬਿਲਕੁਲ ਆ ਜਿਹੜੀ ਤੁਹਾਨੂੰ ਦਿਖਦੀ ਹੈ। ਅਤੇ ਇਸ ਵਾਸਤੇ ਸੋਨੇ ਨੂੰ ਵੀ ਮਹਿੰਗਾ ਪੱਥਰ ਲੱਗਾ ਹੋਇਆ ਅਤੇ ਰੀਝ ਦੇ ਨਾਲ ਕੰਮ ਕਰਾਇਆ ਵੀ ਅਤੇ ਕਰਨ ਵਾਲਿਆਂ ਵੀ ਰੀਝ ਨਾ ਕੀਤਾ। ਉਹ ਸਾਰਾ ਹੁਣ ਪੂਰਾ ਹੋ ਗਿਆ ਹੈ। ਮਨ ਇੱਛੇ ਫਲ ਪਾਏ, ਜੋ ਸਾਡੇ ਮਨ ਦੀ ਇੱਛਾ ਸੀਗੀ ਉਹ ਫਲ ਮਹਾਰਾਜ ਨੇ ਸਾਨੂੰ ਦੇ ਦਿੱਤੇ। ਜਾਂ ਵਿਵੇਕ ਵੈਰਾਗ ਸਮ ਦਾ ਮਾਦਕ ਸਾਧਨ ਬ੍ਰਹਮ ਗਿਆਨ ਦੀ ਸਾਰੀ ਸਮੱਗਰੀ ਪੂਰੀ ਹੋਈ ਹੈ। ਇਸ ਵਿਚਲੇ ਭਾਵਨਾ ਵਾਲੇ ਵਾਸੀਆਂ ਨੇ ਮਨ ਪਾਉਂਦੇ ਧਰਮ ਹਿਰਦ ਕਾਮ ਮੋਖ ਆਦਿਕ ਸਾਰੇ ਫਲ ਪਾ ਲਏ ਹਨ। ਸੰਤ ਸਜਨ ਸੁਖ ਮਾਣ ਰਲੀਆਂ, ਸੰਤ ਸ਼ਾਂਤ ਚਿਤ ਮਹਾਤਮਾ ਸੱਜਣ ਪਿਆਰੇ ਗੁਰ ਸਿੱਖ ਆਤਮਿਕ ਸੁੱਖ ਆਨੰਦ ਦੇ ਵਿੱਚ ਆਨੰਦ ਮਾਣਦੇ ਨੇ। ਦੁਖ ਦਰਦ ਪ੍ਰਮ ਨਾਸੀ, ਦੁੱਖ ਕਲੇਸ਼ ਦਰਦ ਤੇ ਭਰਮ ਭੁਲੇਖਾਦਿਕ ਜਮਨ ਮਨ ਦਾ ਦੁੱਖ ਵਿਦਿਆ ਦੀਆਂ ਪੀੜਾਂ ਸਭ ਨਾਸ਼ ਹੋ ਗਿਆ ਹੈ। ਸ਼ਬਦ ਸਵਾਰੇ ਸਤਿਗੁਰ ਪੂਰੈ, ਸੋ ਪੂਰੇ ਸਤਿਗੁਰਾਂ ਨੇ ਉਪਦੇਸ਼ ਦੀ ਕਮਾਈ ਕਰਵਾ ਕੇ ਸਵਾਰ ਦਿੱਤੇ ਹਨ। ਨਾਨਕ ਸਦ ਬਲ ਜਾਸੀ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਜਿਨ੍ਹਾਂ ਦੇ ਜੀਵਨ ਸਵਾਰ ਦਿੱਤੇ ਨੇ ਉਹਨਾਂ ਤੋਂ ਮੈਂ ਸਦਾ ਹਮੇਸ਼ਾ ਬਲਿਹਾਰ ਜਾਂਦਾ ਹਾਂ। ਦਾਤ ਖਸਮ ਕੀ ਪੂਰੀ ਹੋਈ, ਸ੍ਰੀ ਅੰਮ੍ਰਿਤਸਰ ਰਚਨ ਦੀ, ਹਜ਼ੂਰ ਸਾਹਿਬ ਰਚਨ ਦੀ, ਜਾਂ ਬ੍ਰਹਮ ਵਿਦਿਆ ਦੀ, ਜਾਂ ਸਿੱਖਾਂ ਦੀ ਮੁਕਤੀ ਕਰਨ ਦੀ ਜਿਹੜੀ ਦਾਤ ਸੀ ਮਾਲਕ ਪਰਮੇਸ਼ਰ ਦੀ, ਇਹ ਪੂਰੀ ਹੋਈ ਹੈ। ਜਾਂ ਇਹ ਸਾਨੂੰ ਗੋਡ ਗਿਫਟ ਦੇਤਾ ਐਡਾ ਵੱਡਾ ਦਰਬਾਰ ਸਾਹਿਬ। ਇਹਦਾ ਨਕਸ਼ਾ ਜਿਹੜਾ ਹੈ ਬੜੂ ਸਾਹਿਬ, ਜੇ ਤੁਸੀਂ ਕਿਤੇ ਜਾਓ ਪੌਂਡਾ ਸਾਹਿਬ ਤੋਂ ਵੀ ਅਤੇ ਸ਼ਿਮਲੇ ਤੋਂ ਵੀ ਸੜਕ ਟੁੱਟਦੀ ਹੈ। ਅਕਾਲ ਅਕੈਡਮੀ ਗੁਰਦੁਆਰਾ ਬੜੂ ਸਾਹਿਬ ਹੈ, ਉਹ ਤਾਂ ਵੱਡੇ ਖੇਤਰਫਲ 'ਚ ਹੈ, ਇਹ ਥੋੜ੍ਹਾ ਛੋਟਾ ਹੈ। ਨਕਸ਼ਾ ਬਿਲਕੁਲ ਸੇਮ ਹੈ, ਬੜਾ ਸੁੰਦਰ ਨਕਸ਼ਾ ਅਤੇ ਬੜੀ ਸੁੰਦਰ ਰਚਨਾ ਇਹ ਮਹਾਰਾਜ ਨੇ ਸਵਾਰੀ ਹੋਈ ਹੈ। ਇਹ ਦਾਤ ਖਸਮ ਦੀ, ਇਹ ਗੋਡ ਗਿਫਟ ਮਿਲਿਆ ਪਿੰਡ ਵਾਲਿਆਂ ਨੂੰ ਖਾਸ ਕਰਕੇ। ਅਸੀਂ ਤਾਂ ਪਰਦੇਸੀ ਬੰਦੇ ਹਾਂ, ਥੋੜ੍ਹਾ ਬਹੁਤਾ ਆਨੰਦ ਮੰਗਲ ਜਿੰਨਾ ਸਮਾਂ ਉਹਨਾਂ ਬੰਦਾ ਲਾ ਲਿਆ। ਇਹ ਗੋਡ ਗਿਫਟ ਘਰ 'ਚ ਹੀ ਗੰਗਾ ਦੇ ਦਿੱਤੀ ਇਲਾਕੇ ਵਾਸੀਆਂ ਨੂੰ। ਨਿਤ ਨਿਤ ਚੜ੍ਹੈ ਸਵਾਈ ਰਾਮ, ਜੋ ਨਿਤਾ ਪ੍ਰਤੀ ਦੂਣ ਸਵਾਈ, ਜੋ ਗੁਰੂ ਘਰ ਦੀ ਕਮਾਈ ਹੈ, ਗੋਲਕ ਹੈ, ਜੋ ਮਹਾਰਾਜ ਦੀਆਂ ਬਖਸ਼ਿਸ਼ਾਂ ਦਾਤਾਂ ਨੇ ਨਿਤਾ ਪ੍ਰਤੀ ਵਾਧੀਆਂ ਤੁਰੀਆਂ ਜਾਂਦੀਆਂ, ਚੜ੍ਹਦੀ ਕਲਾ ਹੀ ਹੁੰਦੀ ਹੈ ਹਮੇਸ਼ਾ। ਪਾਰ ਬ੍ਰਹਮ ਖਸਮਾਨਾ ਕੀਆ, ਪਰਮੇਸ਼ਰ ਨੇ ਆਪਣਾ ਜਾਣ ਕੇ ਸਾਡਾ ਪੱਖ ਜੋ ਕੀਤਾ ਹੈ। ਜਿਸ ਦੀ ਵੱਡੀ ਵਡਿਆਈ ਰਾਮ, ਜਿਸ ਪਰਮੇਸ਼ਰ ਦੀ ਬਹੁਤ ਵਡਿਆਈ ਸ਼ੋਭਾ ਹੈ ਭਾਈ। ਆਦ ਜੁਗਾਦ ਭਗਤਨ ਕਾ ਰਾਖਾ, ਜੋ ਸੰਸਾਰ ਦੇ ਮੁੱਢ ਤੇ ਜੁਗਾਂ ਦੇ ਵੇਲੇ ਆਪ ਦੇ ਭਗਤਾਂ ਸੇਵਕਾਂ ਦਾ ਰਖਵਾਲਾ ਹੈ। ਸੋ ਪ੍ਰਭ ਭਇਆ ਦਿਆਲਾ, ਉਹ ਪਰਮੇਸ਼ਰ ਦਿਆਲਤਾ ਦੇ ਸਹਿਤ ਹੋਇਆ ਹੈ। ਜੀ ਅਜੰਤ ਸਭ ਸੁਖੀ ਵਸਾਏ, ਸਾਰੇ ਵੱਡੇ ਛੋਟੇ ਜੀਆ ਜੰਤ ਜਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਸੁੱਖ ਦੇ ਸਹਿਤ ਵਸਾਏ ਨੇ। ਪ੍ਰਭ ਆਪੇ ਕਰ ਪ੍ਰਤਪਾਲਾ, ਪਰਮੇਸ਼ਰ ਆਪ ਹੀ ਸਭਨਾਂ ਦੀ ਪਾਲਣਾ ਕਰਦਾ ਹੈ। ਇੱਥੇ ਵੇਖਿਓ ਕਿੰਨਿਆਂ ਦੀ ਪਾਲਣਾ ਹੋ ਰਹੀ ਹੈ, ਕਿੰਨਾ ਮਹਾਰਾਜ ਦਾ ਲੰਗਰ ਚੱਲਦਾ। ਮੈਂ ਤਾਂ ਸੋਚਦਾ ਵੀ ਜਿੰਨਾ ਮਰਜ਼ੀ ਬੰਦਾ ਵੱਡਾ ਹੋਵੇ, ਕਿਸੇ ਦੀ ਭਾਵੇਂ ਕਰੋੜਾਂ ਅਰਬਾਂ ਦੀ ਕਮਾਈ ਵੀ ਕਿਉਂ ਨਾ ਹੋਵੇ, ਉਹਨੇ ਇਹੋ ਜਿਹਾ ਲੰਗਰ ਉਹ ਕੀ ਚਲਾ ਲੈਣਾ, ਉਹ ਤਾਂ ਸੋਚ ਵੀ ਨਹੀਂ ਸਕਦਾ। ਕੋਈ ਬੰਦਾ ਭਾਵੇਂ ਮੰਤਰੀ ਹੈ ਅਤੇ ਭਾਵੇਂ ਜੋ ਮਰਜ਼ੀ ਹੈ, ਕੋਈ ਰਾਜਾ ਮਹਾਰਾਜਾ ਵੀ ਇਸ ਤਰ੍ਹਾਂ ਦਾ ਲੰਗਰ ਨਹੀਂ ਚਲਾ ਸਕਦਾ ਜਿੰਨਾ ਸੰਗਤਾਂ ਦਾ ਤਿਲ ਫੁੱਲ ਇੱਥੇ ਗੁਰੂ ਕਾ ਲੰਗਰ। ਉੱਥੇ ਗੁਰੂ ਰਾਮਦਾਸ ਦਾ ਵੇਖੋ ਜਾ ਕੇ 5-5 ਮੰਜ਼ਲਾਂ ਏਸੀ, ਫਿਰ ਅਤੇ ਪਤਾ ਨਹੀਂ ਕਿਵੇਂ ਗੁਰੂ ਮਹਾਰਾਜ ਇਹ ਸਾਰਾ ਪ੍ਰਬੰਧ ਕਰਦਾ ਹੈ। ਇਸ ਵਾਸਤੇ ਆਪੇ ਸਭਨਾਂ ਦੀ ਪਾਲਣਾ ਕਰ ਰਿਹਾ ਹੈ। ਆਤਮਾ ਦੀ ਰੂਹ ਦੀ ਖੁਰਾਕ ਇੱਥੇ ਮਿਲਦੀ ਹੈ ਗੁਰੂ ਸਾਹਿਬ ਦੇ ਦਰਬਾਰ 'ਚ, ਅਤੇ ਸਰੀਰ ਦੀ ਖੁਰਾਕ ਲੰਗਰ ਦੇ ਵਿੱਚ ਹੈ। ਤੈ ਦਿਸ ਪੂਰ ਰਹਿਆ ਜਸ ਸੁਆਮੀ, ਮਾਲਕ ਪਰਮੇਸ਼ਰ ਦਾ ਜਿਹੜਾ ਜਸ ਹੈ ਉਹ ਦਸਾਂ ਦਿਸ਼ਾਵਾਂ ਦੇ ਵਿੱਚ ਸੰਪੂਰਨ ਹੋ ਰਿਹਾ ਹੈ। ਲੋਕਡਾਊਨ ਦੇ ਵਿੱਚ ਸਿੱਖਾਂ ਨੇ ਇੰਨਾ ਲੰਗਰ ਵਰਤਾਇਆ ਵੀ ਅਮਰੀਕਾ ਤੱਕ ਧੁੰਮਾਂ ਪੈ ਗਈਆਂ। ਪੁਲਿਸ ਵਾਲਿਆਂ ਨੂੰ ਵੀ ਮੰਨਣਾ ਪਿਆ ਵੀ ਸੱਚਮੁੱਚ
ਅੱਜ ਗੁਰੂ ਕੇ ਲੰਗਰ ਦੀ ਮਹਾਨਤਾ ਸਾਨੂੰ ਪਤਾ ਚੱਲੀ ਹੈ। ਕੀਮਤ ਕਹਿਣ ਨ ਜਾਈ। ਇਸੇ ਵਾਸਤੇ ਸੰਗਤ ਦੀ ਕੀਮਤ ਨਹੀਂ ਕੋਈ ਪਾ ਸਕਦਾ ਹੈ। ਜੋ ਚਾਹਵੇ ਇਹ ਕਰ ਸਕਦੀ ਹੈ। ਕਾਹੋ ਨਾਨਕ ਸਤਿਗੁਰ ਬਲਹਾਰੀ। ਜਿਹੜੇ ਸੰਗਤ ਦੇ ਮੁਖੀ ਸਤਿਗੁਰੂ ਜੀ ਨੇ, ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਵੱਡੇ ਗੁਰਾਂ ਤੋਂ। ਜਿਨ ਅਵ ਚਲਨੀ ਵਰਖਾਈ। ਜਿਨ੍ਹਾਂ ਅੰਮ੍ਰਿਤਸਰ ਸ਼ਹਿਰ ਦੀ, ਹਜੂਰ ਸਾਹਿਬ ਸ਼ਹਿਰ ਦੀ, ਆ ਸੰਗਤ ਰੂਪੀ ਸ਼ਹਿਰ ਦੀ, ਗੁਰੂ ਘਰ ਦੀ ਅਚਲ ਨੀਂਹ ਰਖਾਈ ਹੈ। 10-12 ਸਾਲ ਤਾਂ ਇਹਨੂੰ ਬਣਦਿਆਂ ਨੂੰ ਹੀ ਹੋ ਗਏ, ਅਤੇ ਕਿੰਨੀ ਵੱਡੀ ਵੇਖੋ ਵੈਲਿਡਿਟੀ ਹੈ। 100 ਸਾਲ ਤਾਂ ਕਿਤੇ ਵੀ ਨਹੀਂ ਜਾਂਦਾ, ਅਤੇ ਇਸ ਵਾਸਤੇ ਅਚਲ ਨੀਂਹ ਰੱਖ ਦਿੱਤੀ ਹੈ। ਗਿਆਨ ਧਿਆਨ ਪੂਰਨ ਪਰਮੇਸ਼ਰ। ਜਾਂ ਬ੍ਰਹਮ ਰੂਪ ਮੰਦਰ 'ਤੇ ਚੜ੍ਹਨ ਲਈ ਭਗਤੀ ਰੂਪ ਅਚਲ ਨੀਂਹ ਰੱਖੀ। ਮੈਂ ਹਾਂਗਕਾਂਗ ਜਾ ਕੇ ਆਇਆ, ਉੱਥੇ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ, ਅਤੇ ਜਦੋਂ ਉਹਨੂੰ ਵਧਾਇਆ ਮੈਨੂੰ ਕਹਿੰਦੇ ਅਰਦਾਸ ਕਰ। ਮੈਂ ਕਿਹਾ ਮੈਂ ਤਾਂ ਨਹੀਂ ਕਰਦਾ ਅਰਦਾਸ, ਗੁਰਦੁਆਰੇ ਢਾਉਣ ਦੀ ਅਰਦਾਸ ਮੈਥੋਂ ਕਰਾਉਣੀ ਤੁਸੀਂ? ਪ੍ਰਧਾਨ ਜੀ ਨੂੰ ਮੈਂ ਆਖਿਆ, ਮੈਂ ਕਿਹਾ 5 ਪਿਆਰੇ ਬੁਲਾਓ ਇੰਡੀਆ ਤੋਂ, ਆਪਾਂ ਕਿਉਂ ਕਰੀਏ? ਇੰਨਾ ਪੁਰਾਣਾ ਗੁਰਦੁਆਰਾ ਸੰਗਤ ਨੇ ਵਿਰੋਧਤਾ ਕੀਤੀ, ਪਰ ਨਹੀਂ, ਜਿਹੜੀ ਚੀਜ਼ ਪੁਰਾਣੀ ਹੋਈ ਹੈ ਉਹਨੂੰ ਨਵੀਂ ਵੀ ਤਾਂ ਬਣਾਉਣਾ ਹੀ ਹੈ। ਇਹ ਸ਼ਰਧਾ ਵਾਲੀ ਗੱਲ ਹੈ। ਅਤੇ ਫਿਰ 5 ਪਿਆਰੇ ਇੱਥੋਂ ਗਏ, ਅਤੇ ਗੁਰੂ ਘਰ ਇੰਨਾ ਸੋਲਿਡ ਬਣਿਆ ਹੋਇਆ। ਸਰਕਾਰ ਨੇ ਆਖਿਆ ਭਾਈ ਜਿਹੜੀਆਂ ਚੀਜ਼ਾਂ ਵਧੀਆ ਨੇ ਉਹ ਪੁਰਾਤਨ ਚੀਜ਼ਾਂ ਨੂੰ ਉਸੇ ਤਰ੍ਹਾਂ ਹੀ ਲਾਉਣਾ, ਗੁੰਮਟਾਂ ਨੂੰ ਜਾਂ ਹੋਰ ਜਿਹੜੀਆਂ ਸਿਲਾਂ ਨੇ, ਪੁਰਾਤਨਤਾ ਵੀ ਸਾਂਭ ਕੇ ਰੱਖਣੀ ਹੈ, ਕਿਉਂਕਿ ਵਿਰਾਸਤ ਹੈ। ਤੋ ਐਸਾ ਇਹ ਮਹਾਰਾਜ ਦਾ ਅਚਲ ਸ਼ਹਿਰ ਹੈ। ਜਿਹੜਾ ਕਾਮਾ ਗਾਟਾ ਮਾਰੂ ਜਹਾਜ਼ ਬਾਬਾ ਗੁਰਦਿੱਤ ਸਿੰਘ ਜੀ ਲੈ ਕੇ ਗਏ, ਅਤੇ ਉਹਨਾਂ ਦੇ ਵੇਲੇ ਉਹ ਗੁਰਦੁਆਰਾ ਸੀਗਾ, ਉਹਨਾਂ ਸਿੱਖਾਂ ਰਲ ਕੇ ਬਣਾਇਆ। ਜਾਪਾਨ ਦਾ ਜਹਾਜ਼ ਉਹਨਾਂ ਨੇ ਕਿਰਾਏ 'ਤੇ ਲਿਆ ਸੀਗਾ, ਅਤੇ ਵੈਨਕੂਵਰ ਲਾਇਆ, ਉੱਥੇ ਲੱਗਣ ਨਹੀਂ ਦਿੱਤਾ। ਫਿਰ ਦੁਬਾਰਾ ਤੋਂ ਕਲਕੱਤੇ ਬਜ ਘਾਟ 'ਤੇ ਆ ਕੇ ਗੋਲੀਆਂ ਦੀ ਵਿਛਾੜ ਹੋਈ। ਰਹੋ ਵਿਚਾਰ। ਮਹਾਰਾਜ ਕਹਿੰਦੇ ਨੇ ਗਿਆਨ ਧਿਆਨ ਪੂਰਨ ਪਰਮੇਸ਼ਰ। ਇਸ ਹਰਿਮੰਦਰ ਸਾਹਿਬ ਦੇ ਵਿੱਚ, ਸੰਗਤ ਦੇ ਵਿੱਚ ਪੂਰੇ ਪਰਮਾਤਮਾ ਦਾ ਗਿਆਨ ਅਤੇ ਧਿਆਨ ਪ੍ਰਾਪਤ ਹੋਵੇਗਾ ਉਹਨੂੰ ਜਿਹੜਾ ਬੈਠੂਗਾ। ਹਰ ਹਰ ਕਥਾ ਨਿਤ ਸੁਣੀਐ ਰਾਮ। ਇਸ ਲਈ ਘੜੀ ਘੰਟਾ ਬੈਠ ਕੇ ਰਾਮ ਹੈ ਭਾਈ, ਹੈ ਗੁਰਮੁਖੋ, ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਥਾ ਨੂੰ ਰੋਜ਼ ਸੁਣੋ। 5-7 ਮਿੰਟ ਨਾਲ ਨਹੀਂ ਪਤਾ ਲੱਗਦਾ ਕੀ ਗੱਲ ਚੱਲਦੀ ਹੈ, ਜਾਂ ਇੱਕ ਦਿਨ ਨਾਲ ਨਹੀਂ ਸਮਝ ਆਉਂਦੀ। ਜਦੋਂ ਡੇਲੀ ਸੁਣਾਂਗੇ ਫਿਰ ਇਹ ਨਿਯਮ ਵੱਜ ਜਾਏਗਾ। ਇਸੇ ਤਰ੍ਹਾਂ ਗਿਆਨ ਧਿਆਨ ਪੂਰਨ ਪਰਮੇਸ਼ਰ। ਸੋ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਹਰ ਹਰ ਕਥਾ ਨਿਤ ਸੁਣੀਐ ਰਾਮ। ਨਿਤਾ ਪ੍ਰਤੀ ਕਥਾ ਸਰਵਣ ਕਰੀਏ ਤਾਂ ਪੂਰਨ ਪਰਮੇਸ਼ਰ ਦੇ ਸਰਗੁਣ ਸਰੂਪ ਦਾ ਧਿਆਨ ਲੱਗ ਜਾਵੇਗਾ ਤੇ ਨਿਰਗੁਣ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਵੇਗਾ। ਅਨਹਦ ਚੋਜ ਭਗਤ ਭਵ ਭੰਜਨ। ਭਗਤਾਂ ਦੇ ਡਰ, ਜਮਨ ਮਨ ਦੇ ਦੁੱਖ ਨਾਸ਼ ਕਰਨ ਵਾਲੇ ਪਰਮੇਸ਼ਰ ਦੇ ਬੇਅੰਤ ਇੱਕ ਰਸ ਅਸਚਰਜ ਕੌਤਕ ਨੇ ਜੋ ਸੰਗਤ ਵਿੱਚ ਵਰਤਦੇ ਨੇ। ਅਨਹਦ ਵਾਜੇ ਧੁਨੀਐ ਰਾਮ। ਅਤੇ ਇੱਕ ਰਸ ਵਾਹਿਗੁਰੂ ਨਾਮ ਦੇ ਵਾਜਿਆਂ ਦੀ ਸੁੰਦਰ ਆਵਾਜ਼ ਹੈ। ਉਹਦੇ ਅੰਦਰ ਵਾਜਿਆਂ ਦੀ ਧੁਨੀ ਭਾਵ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਰਸ ਕੀਰਤਨ ਹੁੰਦਾ ਹੈ। ਅੰਦਰ ਵੀ ਤੋ ਵਾਜੇ ਅਨਹਦ ਤੂਰੇ ਨਾਮ ਦੇ ਵਾਜੇ ਵੱਜਣਗੇ। ਅਨਹਦ ਰੁਣ ਅਨਹਦ ਝੁਣਕਾਰੇ ਤਤ ਵਿਚਾਰੇ। ਇੱਕ ਰਸ ਕੀਰਤਨ ਦੀ ਧੁਨੀ ਹੁੰਦੀ ਰਹੇਗੀ, ਸਾਰ ਸਰੂਪ ਬ੍ਰਹਮ ਦੀ ਵਿਚਾਰ ਹੋਵੇਗੀ। ਸੰਤ ਗੋਸ਼ਟ ਨਿਤ ਹੋਵੈ। ਤੇ ਸ਼ਾਂਤ ਚਿਤ ਗੁਰਮੁਖਾਂ ਦੀ ਨਿਤ ਪ੍ਰਤੀ ਚਰਚਾ ਹੋਵੇਗੀ।
ਇਸੇ ਪ੍ਰਕਾਰ ਅਨਹਦ ਝੁਣਕਾਰੇ ਤਤ ਵਿਚਾਰੇ। ਜਦ ਤਤ ਸਰੂਪ ਦੀ ਵਿਚਾਰ ਕਰੀਦੀ ਹੈ ਤਦੋਂ ਹੱਦ ਤੋਂ ਰਹਿਤ ਇੱਕ ਰਸ ਰੋਮ ਰੋਮ ਵਿੱਚ ਅਜਪਾ ਜਾਪ ਦੀ ਛਣਕਾਰ ਪੈਂਦੀ ਹੈ। ਸੰਤ ਗੋਸ਼ਟ ਨਿਤ ਹੋਵੈ ਤੇ ਸ਼ੁਭ ਗੁਣਾ ਰੂਪੀ ਸੰਤਾਂ ਦੀ ਆਪਸ ਵਿੱਚ ਨਿਤਾ ਪ੍ਰਤੀ ਸ੍ਰੇਸ਼ਟ ਚਰਚਾ ਰਹਿੰਦੀ ਹੈ। ਭਾਵ ਸ਼ੁਭ ਗੁਣਾਂ ਦੀ ਆਵਰਣ ਦੇ ਪਰਦੇ ਨੂੰ ਚੁੱਕਣ ਲਈ ਵਿਚਾਰ ਚੱਲਦੀ ਰਹਿੰਦੀ ਹੈ। ਜਾਂ ਇਸੇ ਤਰ੍ਹਾਂ ਸੰਤ ਗੋਸ਼ਟ ਨਿਤ ਹੋਵੈ ਸੰਤਾਂ ਦੀ ਸੰਗਤ ਚ ਨਿਤਾ ਪ੍ਰਤੀ ਆਤਮਿਕ ਸਰੂਪ ਦੀ ਪ੍ਰਾਪਤੀ ਲਈ ਚਰਚਾ ਹੁੰਦੀ ਰਹਿੰਦੀ ਹੈ। ਸੰਤ ਗੋਸ਼ਟ ਨਿਤ ਹੋਵੈ ਆਵਰਨ ਰੂਪ ਪਰਦੇ ਨੂੰ ਚੁੱਕਣ ਲਈ ਵਿਚਾਰ ਹੁੰਦੀ ਰਹਿੰਦੀ ਹੈ। ਸੰਤ ਗੋਸ਼ਟ ਨਿਤ ਹੋਵੈ ਸੰਤ ਜਨਾਂ ਦੀ ਸਰਗੁਣ ਸਰੂਪ ਪਰਮੇਸ਼ਰ ਨਾਲ ਨਿਤਾ ਪ੍ਰਤੀ ਗੋਸ਼ਟ ਹੁੰਦੀ ਰਹਿੰਦੀ ਹੈ। ਭਾਵ ਪਰਮੇਸ਼ਰ ਸਗੁਣ ਸਰੂਪ ਧਾਰ ਕੇ ਸੰਤ ਜਨਾਂ ਨਾਲ ਮਿੱਠੀਆਂ ਮਿੱਠੀਆਂ ਪਿਆਰੀਆਂ ਬਾਤਾਂ ਕਰਦਾ ਹੈ। ਹਰਿ ਨਾਮ ਅਰਾਧਾ ਮੈਲ ਸਭ ਕਾਟੈ। ਇੱਥੇ ਗੁਰਮੁਖ ਜਨ ਸੰਗਤ ਵਿੱਚ ਪਰਮੇਸ਼ਰ ਦੇ ਨਾਮ ਨੂੰ ਆਰਾਧਦੇ ਰਹਿਣਗੇ, ਆਪਣੀ ਪਾਪਾਂ ਦੀ ਅਵਿਦਿਆਦਿਕ ਦੀ ਮੈਲ ਕੱਟਦੇ ਰਹਿਣਗੇ। ਕੇਲ ਵੇਖ ਸਗਲੇ ਖੋਵੈ ਔਰ ਸਾਰੇ ਪਾਪਾਂ ਨੂੰ ਵੀ ਨਾਸ਼ ਕਰ ਲਿਆ ਕਰਨਗੇ। ਤਹ ਜਨਮ ਨ ਮਰਨ ਆਵਣ ਜਾਣਾ। ਉੱਥੇ ਭਾਵ ਹਰਿਮੰਦਰ ਸਾਹਿਬ 'ਚ ਜਾਂ ਸੰਗਤ 'ਚ ਭਾਵਨਾ ਦੇ ਸਹਿਤ ਰਹਿਣ ਕਰਕੇ ਨਾ ਹੀ ਜੰਮਣਾ ਮਰਨਾ ਹੋਏਗਾ, ਨਾ ਹੀ ਮੁੜ ਕੇ ਆਉਣਾ ਜਾਣਾ ਹੋਵੇਗਾ। ਮੋਹੜ ਨ ਪਾਈਐ ਜੋਨੀਐ ਫਿਰ ਜੂਨਾਂ ਦੇ ਵਿੱਚ ਵੀ ਨਹੀਂ ਪਾਏ ਜਾਣਗੇ, ਕਲਿਆਣ ਨੂੰ ਪ੍ਰਾਪਤ ਹੋ ਜਾਣਗੇ। ਨਾਨਕ ਗੁਰ ਪਰਮੇਸ਼ਰ ਪਾਇਆ। ਸਤਿਗੁਰੂ ਜੀ ਕਹਿੰਦੇ ਅਸਾਂ ਨੇ ਪਰਮੇਸ਼ਰ ਰੂਪ ਗੁਰੂ ਸਾਹਿਬ ਨੂੰ ਪਾਇਆ। ਜਿਸ ਪ੍ਰਸਾਦ ਏਸ਼ ਪੁੰਨੀਐ ਜਾਂ ਗੁਰਾਂ ਦੁਆਰਾ ਪਰਮੇਸ਼ਰ ਨੂੰ ਪਾਇਆ, ਜਿਹਦੀ ਕਿਰਪਾ ਕਰਕੇ ਸਾਡੀ ਸਾਰੀ ਇੱਛਾ ਚਾਹਣਾ ਪੂਰੀ ਹੋ ਗਈ ਹੈ। 2 4 5 ਮਿੰਟ ਕਈ ਵਾਰ ਵੱਧ ਲੱਗ ਜਾਂਦੇ ਨੇ। ਸੰਗਤ ਮੈਨੂੰ ਮਾਫ਼ ਕਰਨਾ ਕਿਉਂਕਿ ਸ਼ੰਤ ਸ਼ਬਦ ਚੱਲ ਰਹੇ ਨੇ, 4 ਪੌੜੀਆਂ ਵੱਡੀਆਂ ਵੱਡੀਆਂ ਨੇ। ਸੋਚੀਦਾ ਵੀ ਸ਼ਬਦ ਸੰਪੂਰਨ ਹੀ ਹੋ ਜਾਏ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਤਹ ਜਨਮ ਨ ਮਰਨ ਆਵਣ ਜਾਣਾ ਬੋੜ ਨ ਪਾਈਐ ਜੋਨੀਐ। ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀ।